श्री वाहे गुरु जी। सोरठ महला पंजवा। करती जादो पधे एक ओंकार। सतगुर प्रसाद। रामदास सरोवर नाते सब उतरे पाप कमाते। निर्मल होए कर स्नाना गुरपुरे कीने दाना। रामदास सरोवर नाते सब उतरे पाप कमाते। निर्मल होए कर स्नाना गुरपुरे कीने दाना। सब कुशल खेम प्रवतारे सही सलामत सब थोक उबारे। गुर का शब्द विचारे रहाओ। साध संग मल लाथी पार ब्रह्म पयो साथी। नानक नाम ते आया आद पुरख प्रभ पाया। साध संग मल लाथी पार ब्रह्म पयो साथी। नानक नाम ते आया आद पुरख प्रभ पाया। सतनाम श्री वाहिगुरु जी। सोहनी अरदास स्वामी मेरा सर्व कला बणियाई। प्रगट भई सगले युग अंतर गुरु नानक की वडियाई। अंगीकार किए मेरे करते गुरपुरे की वडियाई। अब चल नीम धरी गुरु नानक नित नित चढ़े सवाई। अपना गुरु ध्याई मिल कुशल सेती घर आए। नामे की वडियाई तिस कीमत कहन ना जाए। संतो हर 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 आराध हर आराध सबो किश पाई है। कारज सगले साधु प्रेम भगत प्रभ लागी। सो पाए जिस वड़ पागी। जन नानक नाम ते आया तन सर्व सुखा फल पाया। सो आओ गुरसिख वीर बजुर्ग माई भाई अति वड्डे भागां वाले हैं जो अज मस्या दा सतसंग दा दिहाड़ा है। हजूर की किरपा नाल सारे 16 खंड पाठां दे भोग पाए गए हैं। हो अरदास आरती भोग गुर मर्यादा अनुसार होई। इत्थे गुर मर्यादा चलती वरती जाती है। सो खालसा पंथ पंज प्यारिਆਂ ने अंबर छकाया है। गुरसिखा ने अंबर छकिया है। माई भाई बधाई दे पात्र हो। आनंदपुर साहब वाले केसगढ़ वाले
ਗੁਰੂ ਪਿਆਰੇ ਜਥੇਦਾਰ ਜੋ ਬਹੁਤ ਅਤੀ ਪਿਆਰੇ ਬਾਬਾ ਜੀ ਮਿਹਰ ਦਾ ਸਦਕਾ, ਸੋ ਇਸ ਕਰਕੇ ਮਿਹਰ ਕੀਤੀ ਪਾਤਸ਼ਾਹ ਜੀ ਨੇ। ਕੋਈ ਐ ਨਹੀਂ ਹੈ ਵੀ ਇਹ ਸੱਦਿਆ ਵੀ ਪੈਸੇ ਨਾਲ, ਪ੍ਰੇਮ ਨਾਲ ਹੈ। ਇਹਨੂੰ ਕਹਿੰਦੇ ਪ੍ਰੇਮ ਭਗਤ ਪਰਬ ਲਾਗੀ, ਸੋ ਪਾਏ ਜਿਸ ਵੜ ਭਾਗੀ। ਜਨ ਨਾਨਕ ਨਾਮ ਧਿਆਇਆ, ਇਹ ਧਿਆਇਆ ਨਾਮ। ਹਜੂ ਆਪਾਂ ਬੈਠੇ ਸਾਰੇ ਮਾਈ ਪਾਈ ਗੁਰਸਿੱਖ, ਇਹਨੂੰ ਕਹਿੰਦੇ ਪ੍ਰੇਮ ਭਗਤ। ਇਹ ਪ੍ਰੇਮ ਦੀ ਭਗਤੀ ਹੈ। ਬਾਬਾ ਜੀ ਬਾਬਾ ਆਨੰਦ ਸਿੰਘ ਬਚਨ ਕਰਦੇ ਸਨ, ਪ੍ਰੇਮ ਦਾ ਉਦੋਂ ਪਤਾ ਲੱਗਦਾ ਸਾਰੀ ਦਿਹਾੜੀ ਕੰਮ ਕੀਤਾ, ਥੱਕਿਆ ਟੁੱਟਿਆ ਸਰੀਰ ਪਿਆ ਤੇ ਸਾਧ ਸੰਗਤ ਅੰਮ੍ਰਿਤ ਵੇਲੇ 3 ਵਜੇ ਇਸ਼ਨਾਨ ਕੀਤਾ ਕਰਕੇ ਨਿਤਨੇਮ ਗੁਰੂ ਨਾਨਕ ਦੇ ਚਰਨਾਂ ਨਾਲ 6-7 ਵਜੇ ਤੇ ਜੁੜਿਆ। ਰੋਜ਼ ਪ੍ਰਸ਼ਾਦਾ ਛਕਿਆ ਮਗਰੋਂ, ਤੇ ਫਿਰ ਅਸਲੀ ਗੁਰੂ ਨਾਨਕ ਦੇ ਪ੍ਰੇਮ ਦਾ ਪਤਾ ਲੱਗਦਾ। ਇਸ ਕਰਕੇ ਸਾਰੀ ਦਿਹਾੜੀ ਫੜਾ ਫੂਕੀਆਂ ਮਾਰਦੀ ਬੜੀ ਦੁਨੀਆ। ਸਾਇਆਂ ਵਿੱਚੋਂ ਇੱਕ ਸ਼ੇਰ ਸਿਦਕਵਾਨ ਹੋਵੇ, ਸਿਖਰ ਸਿਦਕ ਦੇ ਪਹੁੰਚਣਾ ਜਾਨਬਾਜੀ, ਮੂੰਹ ਦੀ ਖਾ ਕੇ ਰੱਤੀ ਗਮਾਨ ਹੋਵੇ। ਇਸ ਕਰਕੇ ਪ੍ਰੇਮ ਦਾ ਪਤਾ ਲੱਗਦਾ। ਇਹ ਜਥੇਦਾਰ ਬਾਬਾ ਜੀ ਦੀ ਮਿਹਰ ਦਾ ਸਦਕਾ, ਗੁਰੂ ਸਾਹਿਬ ਦੀ ਕਿਰਪਾ ਨਾਲ ਆਪ ਬਾਬਾ ਜੀ ਕਿਰਪਾ ਕਰਦੇ ਹਨ। ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨ 'ਚ ਰਹਿੰਦੇ ਹਨ, ਉੱਤੋਂ ਹਜ਼ੂਰ ਨੇ ਮਿਹਰ ਕੀਤੀ ਹੈ। ਤੇ ਸਾਧ ਸੰਗਤ ਬੜਾ ਸੋਹਣਾ ਸਮਾਂ ਬਚਨ ਮਿਲਾਸ ਉਹਨਾਂ ਨੇ ਕੀਤੇ ਹੈ। ਇਹਨਾਂ ਬਚਨਾਂ 'ਤੇ ਚੱਲਣਾ ਚਾਹੀਦਾ। ਸਵਾਸਾਂ ਦੀ ਗੱਲ ਕੀਤੀ ਹੈ। ਭਾਈ ਨੰਦ ਲਾਲ ਕਹਿੰਦੇ 24,000 ਖਰਚ ਰੋਜ਼ ਦਾ, ਆਮਦਨ ਮੂਲ ਨਾ ਥੀਵੇ। ਆਮਦਨ ਹੀ ਨਹੀਂ, ਗੱਲਾਂ ਕਰੀ ਜਾਂਦੇ ਸਾਰੀ ਦਿਹਾੜੀ, ਝੂਠ ਵੱਢੀ ਜਾਂਦੇ। ਆਮਦਨ ਮੂਲ ਨਾ ਥੀਵੇ। ਜਿਸ ਬੰਦੇ ਨੂੰ ਇੰਨਾ ਘਾਟਾ, ਸੋ ਬੰਦਾ ਕਿਵੇਂ ਜੀਵੇ, ਕਿਵੇਂ ਜਿਉ ਸਕਦਾ ਹੈ। ਇਸ ਕਰਕੇ ਸਾਧ ਸੰਗਤ ਘਾਟਾ ਪੈਂਦਾ। ਘਾਟਾ ਕਿੱਥੇ ਪੂਰਾ ਹੁੰਦਾ ਸਵਾਸਾਂ ਦਾ? ਇਹ ਗੁਰੂ ਨਾਨਕ ਦੇ ਦਰਬਾਰ ਵਿੱਚ ਪੂਰਾ ਹੁੰਦਾ, ਇੱਥੇ ਪੂਰਾ ਹੁੰਦਾ। ਇਸ ਕਰਕੇ ਹੁਣ ਆਪਣੇ ਸਵਾਸ ਆ ਜਿਹੜੇ ਚੱਲ ਰਹੇ ਆ, ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਬੈਠੇ ਆ। ਇਹ ਸਵਾਸ ਕਰਮਾਂ ਵਾਲੇ ਹਨ, ਆਪਾਂ ਕਰਮਾਂ ਵਾਲੇ ਹਾਂ। 24,000 ਆਮ ਸਵਾਸ ਚੱਲਦੇ ਆ। ਜਦੋਂ ਬੰਦਾ ਥੋੜ੍ਹਾ ਜਿਹਾ ਵਿਕਾਰੀ ਹੋ ਜਾਂਦਾ, ਕਾਮੀ ਕ੍ਰੋਧੀ ਲੋਭੀ ਮੋਹ ਹੰਕਾਰੀ ਹੋ ਜਾਂਦਾ, ਇਹਦਾ 24,000 ਤੋਂ ਸਵਾਸ। ਫਿਰ ਸਾਧ ਸੰਗਤ 44,000 ਚੱਲ ਪੈਂਦਾ, ਫਿਰ 54,000, ਫਿਰ 64,000 ਸਵਾਸ 'ਚ ਇਹਦੀ ਮੌਤ ਹੋ ਜਾਂਦੀ ਹੈ। ਕਹਿੰਦੇ ਨਾਲੀ ਫਟ ਗਈ, ਹਾਰਟ ਦਾ ਦੌਰਾ ਪਈ ਹੈ ਪਰੇਸ਼ਾਨੀ ਦੇ ਨਾਲ। ਤੇ ਇੱਥੇ ਸਵਾਸ 24,000 ਤੋਂ 18,000 ਰਹਿ ਜਾਂਦੀ ਹੈ, ਹੌਲੀ ਚੱਲਦੀ ਹੈ ਸਹਿਜ ਨਾਲ। ਇਹਨੂੰ ਕਹਿੰਦੇ ਸਹਿਜ ਸੁਭਾਈ, ਸੁਭਾਅ ਦਾ ਸਹਿਜ ਵਾਲਾ ਬਣ ਗਿਆ। ਅਨੇਕਾਂ ਬਿਮਾਰੀਆਂ, ਅਨੇਕਾਂ ਦੁੱਖ, ਗੋਲੀਆਂ ਤੇ ਸਾਧ ਸੰਗਤ ਜਿਹੜਾ ਹਾਰਟ ਦਾ ਨੁਕਸ ਹੈ ਜਾਂ ਹੋਰ ਦਿਮਾਗ ਦੀ ਅਪਸੈਟੀ ਆ, ਪਰੇਸ਼ਾਨੀ ਹੈ, ਬੁਖਾਰ ਹੈ, ਖੂਨ ਠੰਡਾ ਹੌਲੀ ਹੌਲੀ ਚੱਲਦਾ, ਹੌਲੀ। ਇਸ ਕਰਕੇ ਸਾਧ ਸੰਗਤ ਇਹ ਗੁਰੂ ਸਾਹਿਬ ਦੀ ਮਿਹਰ ਹੈ। ਜਿਸੇ ਉੱਧਰੋਂ ਆਏ ਸੀ 106 ਨਬਜ ਸੀ ਜਦੋਂ ਅਰਦਾਸ ਕੀਤੀ ਹੈ, ਤੇ ਬਾਬਾ ਨੇ ਮਿਹਰ ਨਾਲ ਤੇ ਫਿਰ ਹਜ਼ੂਰ ਨੇ ਕਿਰਪਾ ਹੀ ਕੀਤੀ। ਫਿਰ ਅਸੀਂ ਇੱਥੇ ਬਹਿ ਗਏ, ਰਾਗੀ ਲੱਗੇ, ਕੀਰਤਨ ਹੁੰਦਾ ਰਿਹਾ। ਹੌਲੀ ਹੌਲੀ ਫਿਰ ਹਜ਼ੂਰ ਦੀ ਕਿਰਪਾ ਨਾਲ ਤੇ ਗੋਲੀ ਨਹੀਂ ਲਈ ਕੋਈ ਫਿਰ ਨਬਜ ਦੀ, ਤੇ ਸਾਧ ਸੰਗਤ ਬਾਬਾ ਦੀ ਮਿਹਰ ਹੀ ਰਹੀ। ਫਿਰ ਇੱਥੋਂ ਜਦੋਂ ਗਏ ਆ ਉਦੋਂ 96 ਚਲੀ ਗਈ, ਫਿਰ ਘਟ ਗਈ। ਇਸ ਕਰਕੇ ਜੋ ਸੁਰਤੀ ਜੁੜ ਜੇ ਆਪਣੀ, ਸਭ ਸੁਰਤੀ ਮਿਲ ਸੁਰਤ, ਸਾਰੀ ਸੁਰਤੀ ਇਕੱਠੀ ਕਰੋ, ਮਿਲ ਸੁਰਤ ਕਮਾਈ, ਸਭ ਸੁਰਤੀ ਜਦੋਂ ਇਕੱਠੀ ਹੁੰਦੀ ਹੈ, ਗੁਰੂ ਦੇ ਚਰਨਾਂ ਨਾਲ ਜੁੜਦਾ ਬੰਦਾ, ਅਸਲੀ ਕਮਾਈ ਇਹੀ ਹੈ ਆਪਣੀ ਸਾਧ ਸੰਗਤ। ਹੁਣ ਆਪਾਂ ਨੂੰ ਸਮਾਂ ਮਿਲਿਆ, ਸਮੇਂ ਦੀ ਬਹੁਤ ਸਕੋਚ ਹੈ। ਸੋ ਗੁਰੂ ਪਿਆਰੇ, ਸੋ ਉਹਨਾਂ ਨੇ ਸਮਾਂ ਲਾਇਆ, ਬਹੁਤ ਵਧੀਆ, ਠੀਕ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਪਰ ਇਸ ਕਰਕੇ ਸਮੇਂ ਦੀ ਸਕੋਚ ਹੈ
ਤੇ ਗੁਰੂ ਸਾਹਿਬ ਮਿਹਰ ਕਰ ਰਹੇ ਆ, ਕੋਈ ਗੱਲ ਨਹੀਂ, ਬਾਬਾ ਜੀ ਮਿਹਰ ਕਰਦੇ ਆ, ਹੋਰ ਪੁੰਨ ਬਣੀ ਜਾਂਦੇ, ਝੋਲੀਆਂ ਭਰੇ ਜਾਂਦੇ ਆ। ਜਦੋਂ ਗਰੀਬੀ ਹੁੰਦੀ ਹੈ ਉਦੋਂ ਕੁਛ ਓਵਰ ਟਾਈਮ ਲਾਉਣ ਲੱਗ ਜਾਵੇ ਤਾਂ ਫਿਰ ਸਾਰੀ ਗਰੀਬੀ ਨਿਕਲ ਜਾਂਦੀ ਹੈ। ਜਦੋਂ ਪਾਪਾਂ ਦਾ ਵੱਲ ਹੁੰਦਾ ਉਦੋਂ ਨਿਤਨੇਮ ਵਿੱਚ ਮਹਾਂਪੁਰਖਾਂ ਦੀ ਸੰਗਤ 'ਚ ਬਹਿ ਕੇ ਹੋਰ ਉਦਮ ਦੇ ਨਾਲ ਓਵਰ ਟਾਈਮ ਹੋ ਜੇ ਨਾ ਤੇ ਫਿਰ ਗਰੀਬੀ ਗਰੂਬੀ ਚੱਕੀ ਜਾਂਦੀ ਹੈ। ਹੋਰ ਸਾਰਾ ਕੁਝ ਬਿਮਾਰੀਆਂ ਬੁਮਾਰੀਆਂ ਚੱਕੀਆਂ ਜਾਂਦੀਆਂ, ਸਾਰਾ ਕੁਛ ਗੁਰੂ ਸਾਹਿਬ ਬੈਠੇ ਵੇਖ ਰਹੇ ਆ। ਆਪਾਂ ਉਦੋਂ ਦੇ ਬੈਠੇ ਹਾਂ, ਗੁਰੂ ਨਾਨਕ ਸਾਹਿਬ ਮੌਕੇ ਦੇ ਬੰਦੇ ਬੈਠੇ ਤਾਂ ਇਹ ਬੈਠ ਸਕਦੇ ਆ, ਪਿਛਲੇ ਜਨਮਾਂ ਦੀ ਕਿਰਪਾ। ਉਹ ਬੈਠਣਾ ਬੜਾ ਔਖਾ, ਇਹ ਡਰਾਮਾ ਨਹੀਂ, ਸਰਕਸ ਨਹੀਂ, ਮੇਲਾ ਨਹੀਂ, ਤਮਾਸ਼ਾ ਨਹੀਂ। ਨਹੀਂ ਅੱਜ ਕੱਲ੍ਹ ਮੇਲੇ ਬਣ ਗਏ, ਤਮਾਸ਼ੇ ਬਣ ਗਏ, ਧੱਕਾ ਪੈਂਦਾ, ਬੁਰਾ ਹਾਲ ਹੈ। ਇਸ ਕਰਕੇ ਸਾਧ ਸੰਗਤ ਆਪਾਂ ਨੂੰ ਸਮਾਂ ਮਿਲਿਆ ਗੁਰੂ ਸਾਹਿਬ ਦੀ ਕਿਰਪਾ ਸਦਕਾ। ਬਾਬਾ ਜੀ ਨੇ ਕਿਹਾ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਨਾਮ ਦੀ ਖੁਮਾਰੀ ਹੈ ਇੱਥੇ। ਇਸ ਕਰਕੇ ਆਓ, ਬੜੇ ਭਾਗਾਂ ਦੇ ਨਾਲ ਸਮਾਂ ਮਿਲਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਾਇਦ 8 ਤਰੀਕ ਦਾ ਸੱਚੇ ਪਾਤਸ਼ਾਹ ਦਾ ਦਿਹਾੜਾ ਹੈ ਅਤੇ ਲੁਧਿਆਣੇ ਵੀ ਦੀਵਾਨ ਹਨ। ਇਸੇ ਪੁਰਬ ਦੇ ਵਿੱਚ ਫਿਰ ਦਿੱਲੀ ਦੀਵਾਨ ਹੈ 4 ਸਾਹਿਬਜ਼ਾਦਿਆਂ ਦੇ, ਅਤੇ ਗੁਰੂ ਸਾਹਿਬ ਕਿਰਪਾ ਕਰ ਰਹੇ ਹਨ। ਆਪਾਂ ਨੂੰ ਸਮਾਂ ਮਿਲਿਆ ਹੋਇਆ ਹੈ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਮਾਂ ਤੇਰੇ ਤੁਧ ਬਿਨ ਅਵਰ ਨਾ, ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ, ਨਿਤ ਨਿਤਨੇਮ ਬਣਾਓ। ਮੈਂ ਨਹੀਂ ਬੋਲਦਾ, ਸਤਿਗੁਰ ਫਰਮਾਉਂਦੇ ਆ। ਇਸ ਕਰਕੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ, ਬੜੀ ਠੰਡ, ਬੜੀ ਧੁੰਦ, ਰਾਤ ਵਿੱਚ ਹੀ ਜਾ ਰਹੇ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਅਤੇ ਸਿੱਖੀ ਦਾ ਪ੍ਰਚਾਰ ਕਰਦੇ ਸੀ। ਨਾਲ ਸਿੰਘ ਸੂਰਮੇ ਸੀ, ਬੇਅੰਤ ਸੰਗਤਾਂ ਸੀ ਗੁਰੂ ਸਾਹਿਬ ਨਾਲ, ਸਾਧੂ ਸੰਤ ਵੀ ਸੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ। ਗੁਰਸਿੱਖਾਂ ਨੇ ਬੇਨਤੀ ਕਰਤੀ ਗਰੀਬ ਨਵਾਜ ਵੀ ਕਿਤੇ ਠੰਡ ਬਹੁਤ ਹੈਗੀ ਹੈ, ਕਿਤੇ ਆਰਾਮ ਕੀਤਾ ਜਾਵੇ, ਥੋੜ੍ਹੇ ਚਿਰ ਅੜਕਿਆ ਜਾਵੇ। ਜਿਹੜੇ ਬਲਦਾਂ ਨੂੰ ਮੂਹਰੇ ਰਾਹ ਨਹੀਂ ਦੀਦਾ, ਜਿਹੜੇ ਰਸ ਜੋੜੇ ਹੋਏ ਆ ਵੀ ਲੀਹ, ਇਹ ਲਿਖਿਆ ਵੀ ਲੀਹ ਪਾੜਦੀ ਹੈ, ਲੀਹ ਕੱਚੀਆਂ ਲੀਹਾਂ ਹੁੰਦੀਆਂ ਪਾੜਦੀ ਹੈ, ਪਤਾ ਨਹੀਂ ਲੱਗਦਾ। ਸਿੰਘ ਵੇਖ ਗੁਰਮੁਖ ਪਿਆਰੇ ਜਿਹੜੇ ਨਾਲ ਸੀ ਗੁਰੂ ਸਾਹਿਬ ਦੇ, ਨੰਗੇ ਪੈਰਾਂ ਚਰਨਾਂ ਤੋਂ ਉਹ ਨਾਲ ਦੋਹੀਂ ਪਾਸੇ ਰਸਤੇ ਜਾ ਰਹੇ ਸੀ। ਦੇਖੋ ਕਿੱਡੀ ਵੱਡੀ ਕਿਰਪਾ। ਅਤੇ ਸਾਧ ਸੰਗਤ ਉਹਨਾਂ ਨੇ ਬੇਨਤੀ ਕੀਤੀ। ਗੁਰੂ ਸਾਹਿਬ ਕਹਿੰਦੇ ਅਕਾਲ ਪੁਰਖ ਦੇ ਹੁਕਮ ਵਿੱਚ ਐਂ ਹੀ ਸੋਹਣੇ ਲੱਗਦੇ, ਚੰਗੇ ਲੱਗਦੇ, ਧੁੰਦ ਠੰਡ ਬਹੁਤ ਹੈ। ਫਿਰ ਗਾਂਹ ਜਾ ਕੇ ਫਿਰ ਬੇਨਤੀ ਕੀਤੀ, 3 ਵਾਰੀ ਬੇਨਤੀ ਕੀਤੀ। ਦੇਖੋ ਇਹ ਇਮਤਿਹਾਨ ਕਰ ਰਹੇ ਸੀ ਗੁਰੂ ਸਾਹਿਬ। ਅਤੇ ਸਾਧ ਸੰਗਤ ਉਸ ਟਾਈਮ 'ਤੇ ਇੱਕ ਪਿੰਡ ਮੂਹਰੇ ਆਇਆ ਅਤੇ ਗੁਰੂ ਸਾਹਿਬ ਕਹਿੰਦੇ ਐਂ ਕਰੋ ਫਿਰ ਗਰੀਬ ਨਵਾਜ਼ ਵੀ ਉਹ ਚੌਕੀਦਾਰ ਨੂੰ ਬੁਲਾ ਕੇ ਲਿਆਓ। ਚੌਕੀਦਾਰ ਕੋਲ ਇੱਕ ਲਾਟਣ ਸੀ, ਇੱਕ ਡਾਂਗ ਸੀ। ਉਹ ਕਹਿ ਰਿਹਾ ਸੀ ਜਾਗਦੇ ਰਹੋ ਬਈ, ਜਾਗਦੇ ਰਹੋ, ਚੋਰਾਂ ਤੋਂ ਆਪਣਾ ਘਰ ਸਮਾਨ ਬਚਾਓ। ਅਤੇ ਗੁਰੂ ਦੇ ਪਿਆਰੇ ਸਿੱਖ ਗਏ, ਉਹਨਾਂ ਨੇ ਆਖਿਆ ਤੈਨੂੰ ਸੱਚੇ ਪਾਤਸ਼ਾਹ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਬੁਲਾ ਰਹੇ ਹੈ। ਸੰਗਤ ਨਹੀਂ ਕੀਤੀ ਸੀ ਲੋਕਾਂ ਦੀ, ਹੁਣ ਵੀ ਅੰਦਰ ਬਚਨ ਕਰ ਰਹੇ ਸੀ। ਮੈਂ ਉੱਥੇ ਉਸਤੇ ਸਰਦੂਲਗੜ੍ਹ ਜਾਂਦੇ ਜਦੋਂ ਠਾਠ ਬਣਦਾ ਸੀ, ਅਤੇ ਉੱਥੇ ਅਸੀਂ ਇੱਕ ਨੂੰ ਆਖਿਆ ਦਸਤਾਰ ਬੰਨ੍ਹ ਲਾ। ਉਹ ਕਹਿੰਦਾ ਕੀ ਹੁੰਦੀ ਦਸਤਾਰ? ਸਾਨੂੰ ਕਹਿੰਦਾ ਕੀ ਹੁੰਦੀ ਦਸਤਾਰ? ਜੇ ਗੱਡੀ 'ਚ ਬੈਠਣ ਲੱਗੇ ਉੱਥੇ ਪਰਿਵਾਰਾਂ ਪਹਿਲਾਂ ਵਚਨ ਕੀਤਾ ਵੀ ਬੱਚਾ ਹੈ ਨਹੀਂ, ਮੈਂ ਤੁਸੀਂ ਕੋਈ ਨਹੀਂ ਸੰਗਤ ਕਰਿਆ ਕਰੋ। ਅਤੇ ਕਹਿੰਦੇ ਕਿਹੜੇ ਕਿਹੜੇ ਦਿਨ ਤੁਹਾਨੂੰ ਦਰਸ਼ਨ ਦੇਣ ਆਇਆ ਕਰੀਏ ਸਾਨੂੰ ਕਹਿੰਦੇ। ਜਾਣੀ ਇਹੋ ਜਿਹੇ ਲੋਕ ਸਿੱਖੀ ਤੋਂ ਬਹੁਤ ਘੱਟ ਆ, ਇਹੋ ਜਿਹੇ। ਅਸੀਂ ਉੱਥੇ ਰਹਿਣ ਸਵਾਈ ਆਖਿਆ ਵੀ 1 ਵਜੇ ਦੇ ਦੀਵਾਨ ਲੱਗੇਗਾ, 2 ਵਜੇ ਤਾਈਂ। ਜੇ ਰਹਿਣ ਸਵਾਈ ਕੀਰਤਨ ਹੋਇਆ, ਫਿਰ 2-3 ਮੁੰਡੇ ਅਸੀਂ ਗੱਡੀ 'ਚ ਬਹਿ ਗਏ। ਉਹ ਕਹਿੰਦੇ ਬਾਬਾ ਜੀ ਤੁਸੀਂ ਝੂਠ ਮਾਰਿਆ। ਮੈਂ ਕੀ? ਕਹਿੰਦੇ ਤੁਸੀਂ ਕਹਿੰਦੇ ਰਹਿਣ ਸਵਾਰੀ ਆਊਗੀ। ਮੈਂ ਕਿਹਨੂੰ ਸਮਝਦੇ? ਕਹਿੰਦੇ ਗਾਉਣ ਵਾਲੀ ਨੂੰ।
ਰੈਣ ਸਵਾਈ। ਉਹਨਾਂ ਲੋਕਾਂ ਨੂੰ ਪਤਾ ਹੀ ਨਾ, ਕਹਿੰਦੇ ਗਾਉਣ ਵਾਲੀ ਨੂੰ ਅਸੀਂ ਆ ਕੇ ਕਹਿੰਦੇ ਰੈਣ ਸਵਾਈ, ਉਹਦਾ ਨਾਂ ਰੈਣ ਸਵਾਈ। ਦੇਖੋ ਜਿੰਨਾ ਚਿਰ ਸਿੱਖੀ ਦਾ ਪ੍ਰਚਾਰ ਨਹੀਂ, ਪ੍ਰਚਾਰ ਸਿੱਖਿਆ, ਸਿੱਖੀ ਸਿੱਖਿਆ ਗੁਰੂ ਵਿਚਾਰ, ਇਹ ਬਾਬਾ ਜੀ ਵਰਗੇ ਮਹਾਂਪੁਰਖਾਂ ਨੂੰ ਭੇਜਿਆ, ਕੰਡ ਨਹੀਂ ਲਾਈ। ਦੇਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਤੇ ਉੱਥੇ ਸੱਚੇ ਪਾਤਸ਼ਾਹ ਦੇ ਉਹ ਇੰਨਾ ਸਮਾਂ ਸੀ, ਗੁਰਸਿੱਖਾਂ ਨੇ ਆਖਿਆ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲੋਂ ਆਉਂਦੀ ਹੈ। ਉਹ ਆ ਗਏ ਚੌਂਕੀਦਾਰ, ਹੱਥ 'ਚ ਲਾਟਣ ਡਾਂਗ, ਉਹ ਤੋਂ ਫੜ ਲਈ ਪ੍ਰੇਮੀਆਂ ਨੇ, ਫੜ ਕੇ ਕਹਿੰਦੇ ਮੱਥਾ ਟੇਕ। ਮੱਥਾ ਉਹ ਛਾੜ ਉੱਤੇ ਮੂਹਰੇ ਪੜਦਾ ਹੋਇਆ ਸੀ, ਧੁੰਦ ਸੀ, ਠੰਡ। ਹਾਂ, ਉਹਨੂੰ ਪਤਾ ਨਹੀਂ ਵੀ ਮੱਥਾ ਕਿਹਨੂੰ ਟੇਕਾਂ, ਉਹਨੂੰ ਟੇਕਾਂ। ਉਹਨੇ ਪੈਰ ਧਰਿਆ ਪਹੀਏ ਤੇ ਧੁਰ ਤੇ, ਫੇਰ ਗੁਰੂ ਸਾਹਿਬ ਦੇ ਨੇੜੇ ਹੋਇਆ। ਗੁਰੂ ਸਾਹਿਬ ਨੇ ਪੜਦਾ ਜਾ ਕੇ ਕਹਿੰਦਾ, ਦੱਸ ਬਈ ਕੀ ਕਹਿਣਾ। ਗੁਰੂ ਸਾਹਿਬ ਨੂੰ ਕਹਿੰਦਾ, ਦੱਸ ਬਈ ਕੀ ਕਹਿਣਾ। ਤੇ ਉਹ ਸੇਵਕ ਸਿੱਖ ਕਹਿਣ ਲੱਗੇ ਵੀ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ, ਗੁਰੂ ਨਾਨਕ ਦੀ ਜੋਤ ਨੌਵੀਂ, ਵੀ ਨਿਵ ਸ਼ਿਕਾਰ ਕਰ, ਉਹਦਾ ਮਨ ਨਾ ਬਣੇ। ਤੇ ਅੰਦਰ ਕੀ ਵੇਖਿਆ, ਰਾਤ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋਈ ਜਾਵੇ। ਉਹਨੇ ਗਲ ਕੱਢ ਕੇ ਅੰਦਰ ਵੇਖਿਆ ਕੋਈ ਲਾਟਣ ਲੌਂਕਦੀ ਹੈ, ਕੋਈ ਲੈਂਪ ਹੈ, ਕੁਛ ਨਹੀਂ ਸੀ ਕੁਛ। ਉਹਨੇ ਜਦੋਂ ਵੇਖਿਆ ਗੁਰੂ ਸਾਹਿਬ ਦਾ ਪ੍ਰਕਾਸ਼ ਪੈ ਰਿਹਾ, ਜਿੱਧਰ ਨੂੰ ਐ ਗੁਰੂ ਸਾਹਿਬ ਤੱਕਦੇ ਆ ਤੇ ਨੇਤਰਾਂ 'ਚ ਸਰਜ ਲਾਈਟ ਪ੍ਰਕਾਸ਼ ਪੈ ਰਿਹਾ। ਫਿਰ ਉਹਦੀ ਧੌਣ 'ਚੋਂ ਕਿੱਲਾ ਨਿਕਲਿਆ, ਫਿਰ ਮੱਥਾ ਟੇਕਿਆ, ਫਿਰ ਆਖਿਆ ਵੀ ਹਾਂ ਜੋਤ ਹੈ। ਫਿਰ ਕਹਿਣ ਲੱਗਾ, ਦੱਸੋ ਜੀ ਆਪ ਕਿਰਪਾ ਕਰੋ। ਇਉਂ ਆਖਿਆ, ਇਉਂ। ਹੁਣ ਫੀਮ ਖਾਲੀ ਦੋ ਤੋਲੇ, ਉੱਤੋਂ ਦੀ ਪੀਲੀ 120 ਕਿਲੋਮੀਟਰ ਦੀ ਚਾਹ, ਤੇ ਕਹਿੰਦੇ ਅੱਖਾਂ ਵੇਖ ਚੌਂਕਦੀਆਂ ਗੁਰੂ ਦੀਆਂ ਬਾਬਿਆਂ ਦੀਆਂ। ਹੁਣ ਇਹ ਫੀਮ ਕਿਤੇ ਵਰਤੀ ਜਾਣੀ ਹੈ ਤੇ ਸਾਧ ਸੰਗਤ ਇਉਂ ਗੱਲ ਬਣਦੀ ਹੈ। ਦੇਖੋ ਉਹ ਧੁਰੋਂ ਗੱਲ ਰੱਬੀ ਨੌਵੇਂ ਪਾਤਸ਼ਾਹ। ਦੇਖੋ ਗੁਰੂ ਸਾਹਿਬ ਕਹਿੰਦੇ ਭਾਈ ਅਸੀਂ ਤਾਂ ਅਕਾਲ ਪੁਰਖ ਦੇ ਹੁਕਮੇ ਜਾਂਦੇ ਚੰਗੇ ਲੱਗਦੇ ਸੀ, ਪਰ ਗੁਰਸਿੱਖਾਂ ਦੀ ਬੇਨਤੀ ਹੈ ਵੀ ਗੁਰੂ ਸਾਹਿਬ ਕਿਤੇ ਰਾਤ ਕੱਟੀਏ। ਇਹ ਹੁਣ ਸੁਣਿਓ, ਇਸ ਪਿੰਡ ਵਿੱਚ ਕੋਈ ਗੁਰਸਿੱਖਾਂ ਦਾ ਘਰ ਹੈ, ਸਿੱਖਾਂ ਦਾ ਘਰ ਹੈ? ਉਹਨੇ ਆਖਿਆ ਹਾਂ ਇੱਕ ਸਿੱਖਾਂ ਦਾ ਘਰ ਹੈ। ਚੌਕੀਦਾਰ ਨੇ ਆਖਿਆ, ਗੁਰੂ ਸਾਹਿਬ ਕਹਿਣ ਲੱਗੇ ਉਹਨਾਂ ਨੂੰ ਅੱਲ ਪਈ ਹੋਈ ਹੈ, ਕੋਈ ਸਿੱਖ ਹੈ? ਉਹ ਕਹਿਣ ਲੱਗਾ ਜੀ ਸਿੱਖ ਹੈ। ਪਿੰਡ ਦੇ 250 ਮੁਸਲਮਾਨ, 250 ਹਿੰਦੂ, ਉਹਨਾਂ ਕੱਲਿਆਂ ਦੇ ਹੀ ਦਾੜੀ ਕੇਸ ਰੱਖੇ ਹੋਏ ਆ, ਰੱਖੇ ਹੋਏ ਆ। ਉਹਨਾਂ ਨੂੰ ਸਿੱਖ ਕਹਿ ਕੇ ਬੁਲਾਉਂਦੇ ਆ। ਇੱਕ ਪਿੰਡ ਤੋਂ ਪਾਸੇ ਬਾਹਰਲੇ ਪਾਸੇ ਰਹਿੰਦੇ ਆ, ਖੇਤੀ ਕਰਦੇ ਆ। ਗੁਰੂ ਸਾਹਿਬ ਫਰਮਾਉਣ ਲੱਗੇ ਵੀ ਹੋਰ ਕੀ ਕਰਦੇ? ਕਹਿੰਦੇ ਉਹਨਾਂ ਕੋਲੇ ਅਦਾਸੀ ਸੰਨਿਆਸੀ ਨਿਰਮਲੇ ਸਾਧੂ ਆਏ ਰਹਿੰਦੇ, ਉਹ ਵੈਸ਼ਨੂ ਹੈ, ਮੀਟ ਆਂਡਾ ਸ਼ਰਾਬ ਚਿਲਮ ਨਹੀਂ ਵਰਤਦੇ। ਇੱਥੇ ਪਿੰਡ ਵਿੱਚ ਤੰਬਾਕੂ ਬਹੁਤ ਵਰਤਦੇ ਆ। ਉਹਨੇ ਆਖਿਆ ਸ਼ਾਮ ਨੂੰ ਧੂੰਆਂ ਐ ਨਿਕਲਦਾ ਜਿਵੇਂ ਪਿੰਡ ਦੇ ਵਿੱਚ ਅੱਗ ਲੱਗੀ ਹੁੰਦੀ ਹੈ। ਇਉਂ ਆਖਿਆ। ਉਹਨਾਂ ਦਾ ਖੂਹ ਵੱਖਰਾ ਲੱਗਿਆ ਪਿੰਡ ਦੇ ਵਿੱਚ, ਕਿਸੇ ਨੂੰ ਖੂਹ ਤੇ ਚੜ੍ਹ ਨਹੀਂ ਦਿੰਦੇ ਤੇ ਪਾਣੀ ਤੋਂ ਖਾਲੀ ਨਹੀਂ ਮੁੜਦੇ। ਇੱਕ ਬੰਦਾ ਉਹਨਾਂ ਦਾ ਖੂਹ ਤੇ ਬੈਠਾ ਰਹਿੰਦਾ। ਉਹਨਾਂ ਦੇ ਆਏ ਗਏ ਸਾਧੂ ਰਹਿੰਦੇ ਆ। ਇਉਂ ਆਖਿਆ। ਉਹਨਾਂ ਦੀ 200 ਬਿੱਘਾ ਪੈਲੀ ਹੈ। ਇਉਂ ਆਖਿਆ। ਤੇ ਉਹ ਸਾਰੀ ਪੈਲੀ ਨਾ ਕਮਾਈ ਕਰਕੇ ਸਾਧੂਆਂ ਨੂੰ ਖਵਾਈ ਜਾਂਦੇ ਆ। ਇਉਂ ਆਖਿਆ। ਉਹ ਸਿੱਖ ਹੈ। ਗੁਰੂ ਜੀ ਨੇ ਇੰਨੇ ਗੁਣ ਪੁੱਛੇ, ਉਹਨਾਂ ਨੇ ਕਿਹਾ ਹਾਂ। ਤੇ ਗੁਰੂ ਸਾਹਿਬ ਕਹਿੰਦੇ ਐਂ ਕਰੋ, ਸਾਡੇ ਸਿੱਖਾਂ ਨੂੰ ਲੈ ਜਾਓ ਨਾਲ। ਚੌਕੀਦਾਰ ਨੂੰ ਆਖਿਆ ਤੇ ਉਹਨੂੰ ਬੁਲਾ ਕੇ ਲਿਆ। ਬੁਲਾ ਕੇ ਲਿਆ। ਉਹ ਟਾਈਮ ਤੇ ਤਕਰੀਬਨ 11 ਵਜੇ ਸੀ, ਜਾਣੀ ਘੜੀ ਦਾ ਟਾਈਮ ਤਾਂ ਹੈ ਨਹੀਂ ਸੀ ਵੀ ਸਾਧ ਸੰਗਤ ਵੀ ਅੱਧੀ ਰਾਤ ਤੋਂ ਪਹਿਲਾਂ ਪਹਿਰ ਸੀ। ਤੇ ਉਹ ਟਾਈਮ ਤੇ ਉਹਨੇ ਜਾ ਕੇ ਦੱਸਿਆ ਵੀ ਇੱਕ
ਬਾਹਰਲੀ ਫਿਰਨੀ ਤੇ ਪੀਰ ਜੀ ਹੈ, ਪੀਰ ਜੀ ਹੁੰਦੇ ਸੀ, ਪੀਰ ਹੈ ਕੋਈ, ਤੇ ਬੜਾ ਪ੍ਰਕਾਸ਼ ਮੈਂ ਅੱਖੀਂ ਵੇਖ ਕੇ ਆਇਆ, ਤੇ ਇਸ ਕਰਕੇ ਤੈਨੂੰ ਬੁਲਾਉਂਦੇ ਆ। ਉਹ ਕਹਿੰਦੇ ਚਲੋ। ਉਹ ਆ ਗਿਆ। ਸੇਵਾ ਤਾਂ ਉਹ ਕਰਦਾ ਸੀਗਾ ਸਾਧੂ ਸੰਤਾਂ ਦੀ, ਮਹਾਂਪੁਰਸ਼ਾਂ ਦੀ, ਪਰ ਗੁਰੂ ਨਹੀਂ ਸੀ ਧਾਰਿਆ ਹੋਇਆ, ਕੋਈ ਉਹਦੇ ਕੋਲੇ ਗਿਆਨ ਨਹੀਂ ਸੀ ਹੈ। ਉਹ ਜਦੋਂ ਆਇਆ ਉਹਨੇ ਆਖਿਆ ਦੱਸੋ ਜੀ ਕੀ ਸੇਵਾ। ਗੁਰੂ ਸਾਹਿਬ ਕਹਿੰਦੇ ਇਸ ਤਾਂ ਅਕਾਲ ਪੁਰਖ ਦੇ ਹੁਕਮ 'ਚ ਜਾਂਦੇ ਚੰਗੇ ਲੱਗਦੇ ਸੀ, ਸਿੱਖਾਂ ਦਾ ਘਰ ਕਰਕੇ ਗੁਰੂ ਜੀ ਕਹਿੰਦੇ ਅਸੀਂ ਇੱਕ ਰਾਤ ਕੱਟਣੀ ਆ। ਉਹਨੇ ਆਖਿਆ ਆਓ ਕਰੋ ਕਿਰਪਾ। ਰੱਸੇ ਫੜ ਲਏ ਉਹਨੇ ਮੂਹਰੇ ਤੇ ਤੁਰ ਪਿਆ। ਡਾਟ ਵਾਲਾ ਵਾਹ ਦਲਾਨ ਸਣੇ ਰਾਤ ਅੰਦਰ ਗਏ। ਅੰਦਰ ਜਾ ਕੇ ਫਿਰ ਹਜ਼ੂਰ ਦਾ ਗੁਰਸਿੱਖਾਂ ਨੇ ਆਸਣ ਲਾਇਆ। ਪੱਟੀਆਂ ਸਣ ਦੀਆਂ ਪੱਟੀਆਂ ਬਣੀਆਂ ਹੁੰਦੀਆਂ ਸੀ, ਉਹ ਥੱਲੇ ਵਿਛਾਈਆਂ ਗੁਰਸਿੱਖਾਂ ਨੇ, ਭੁੰਜੇ ਪੈਣ ਨੂੰ, ਭਿੱਜੇ ਪਏ ਸੀ ਰੀੜੇ ਨੂੰ ਚੜ੍ਹਦੇ। ਤੇ ਫਿਰ ਧੂਣੀ ਲਾਈ ਪਹਿਲਾਂ, ਫਿਰ ਅੱਗ ਸੇਕੀ ਸਾਰਿਆਂ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਸਾਰਿਆਂ ਨੇ। ਫਿਰ ਉਹਨਾਂ ਨੇ ਦੁੱਧ ਲਿਆਂਦਾ, ਸਾਰਾ ਪਰਿਵਾਰ ਉੱਠ ਖੜਿਆ, ਦੁੱਧ ਲਿਆ ਕੇ ਪਿਆਇਆ। ਫਿਰ ਪ੍ਰਸ਼ਾਦਾ ਤਿਆਰ ਕੀਤਾ, ਸਾਰਿਆਂ ਨੂੰ ਜਲ ਪਾਣੀ ਛਕਾਇਆ। ਗੁਰੂ ਸਾਹਿਬ ਕਹਿੰਦੇ ਸਿੱਖਾ ਐਂ ਕਰ, ਸਾਡੇ ਗੁਰਸਿੱਖ ਥੱਕੇ ਹੋਏ ਐ, ਤੇ ਅੱਜ ਤੂੰ ਸਾਡਾ ਸਾਰੀ ਰਾਤ ਪਹਿਰਾ ਦੇ। ਉਹਨੇ ਆਖਿਆ ਜੀ ਮੈਂ ਪਹਿਰਾ ਨਹੀਂ ਦੇ ਸਕਦਾ। ਕਿਉਂ? ਕਹਿਣ ਲੱਗਾ ਜੀ ਮੇਰੀ ਪੈੜੀ ਹੈਗੀ ਹੱਦ ਤੇ, ਸਵੇਰਿਓਂ ਸੂਰਜ ਚੜ੍ਹਦੇ ਨਾਲ ਪਟਵਾਰੀ ਨਹੀਂ ਆਉਣਾ ਕਾਨੂੰਗੋ ਨੇ, ਉੱਥੇ ਕਰਨੀ ਪੈੜੀ ਦੀ ਗਦਾਵਰੀ, ਤੇ ਮੈਂ ਆ ਇਕੱਲਾ ਸਿੱਖ, ਇੱਕ ਪਾਸੇ ਮੁਸਲਮਾਨ ਹੈ, ਦੋਵੇਂ ਪਾਸੇ ਹਿੰਦੂ ਰਹਿੰਦੇ ਹੈ, ਉਹ ਥੋੜ੍ਹੀ ਜਿਹੀ ਖਾਰ ਖਾਂਦੇ ਆ। ਜਿੰਨਾ ਚਿਰ ਮੈਂ ਕਰਮਾਂ ਪਾ ਕੇ ਮਿਣਦਾ ਨਹੀਂ ਉਹਨਾਂ ਚਿਰ ਸਹੀ ਗਦਾਵਰੀ ਨਹੀਂ ਹੋਣੀ, ਮਾਮਲਾ ਜ਼ਿਆਦਾ ਲਾ ਦੇਣਗੇ। ਗੁਰੂ ਸਾਹਿਬ ਫਰਮਾਉਣ ਲੱਗੀ, ਗੁਰੂ ਜੀ ਕਹਿੰਦੇ ਤੂੰ ਸਾਡਾ ਸਾਰੀ ਰਾਤ ਪਹਿਰਾ ਦੇ। ਅਸੀਂ ਗੁਰੂ ਜੀ ਕਹਿੰਦੇ ਤੇਰੀ ਸਾਰੀ ਪੈੜੀ ਨੂੰ ਮਾਮਲਾ ਲੱਗਣ ਹੀ ਨਹੀਂ ਦਿੰਦੇ। ਇਹ ਗੁਰੂ ਹੈ, ਗੁਰੂ। 8ਵੇਂ ਦਿਨ ਨਹਾਉਣਾ, ਗੱਲਾਂ ਕਰਦੇ ਹੋਰ, ਤੇ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਅਸੀਂ ਤੇਰੀ ਸਾਰੀ ਪੈੜੀ ਨੂੰ ਮਾਮਲਾ ਲੱਗਣ ਹੀ ਨਹੀਂ ਦਿੰਦੇ। ਇਹ ਗੱਲ ਹੁਣ ਅਣਹੋਈ ਹੈ, ਅੱਗੋਂ ਭਾਵਨਾ ਹੋਵੇ, ਪਤਾ ਨਹੀਂ ਲੱਗਦਾ ਕਈ ਬੰਦਿਆਂ ਨੂੰ। ਇਹਦੇ ਕਈ ਆ ਤਾਂ ਜਾਣਗੇ ਵਿਚਾਰੇ, ਜਦੋਂ ਕਹਿੰਦਾ ਹੁਣ ਵੇਖ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਉਹ ਕਈ ਨੂੰ ਦਵਾਈ ਬਹੁਤ ਰਹੀ ਆ, ਡਾਕਟਰ ਦੇ ਬਹੁਤ ਗਏ ਆ, ਫਿਰ ਬੈਂਕ ਮੰਗਾਈਦੇ ਆ, ਫਿਰ ਹੌਲੀ ਹੌਲੀ ਪਤਾ ਲੱਗਦਾ ਉਹਨੂੰ ਵੀ ਹੁਣ ਫਰਕ ਪਿਆ, ਵੀ ਹਾਂ ਕੋਈ ਗੱਲ ਹੈ। ਤੇ ਫਿਰ ਟਾਈਮ ਆਇਆ ਹੁੰਦਾ, ਤੇ ਗੁਰੂ ਸਾਹਿਬ ਕਹਿੰਦੇ ਸਾਰੀ ਪੈੜੀ ਨੂੰ। ਉਹ ਕਹਿੰਦਾ ਜੇ ਮੈਂ ਨਾ ਜਾਵਾਂ ਇਹ ਕਿਵੇਂ ਹੋ ਸਕਦਾ ਵੀ ਮੇਰੀ ਸਾਰੀ ਪੈੜੀ ਨੂੰ ਮਾਮਲਾ ਨਹੀਂ ਲੱਗ ਸਕਦਾ। ਸਾਰੀ ਪੈੜੀ ਮੇਰਾ ਤਾਂ ਮਨ ਨਹੀਂ ਮੰਨਦਾ। ਗੁਰੂ ਸਾਹਿਬ ਕਹਿੰਦੇ ਚੰਗਾ ਐਂ ਕਰ, ਗੁਰੂ ਜੀ ਕਹਿੰਦੇ 3 ਵਜੇ ਤਾਈਂ ਪਹਿਰਾ ਦੇ, ਅੱਧਾ ਪਹਿਰਾ ਦੇ, ਤੇਰੀ ਅੱਧੀ ਪੈੜੀ ਨੂੰ ਮਾਮਲਾ ਨਹੀਂ ਲੱਗੂ, ਅੱਧੀ ਨਹੀਂ ਲੱਗੂਗਾ। ਇਉਂ ਵਜਨ ਕਰਤਾ। ਉਹ ਕਹਿੰਦਾ ਚਲੋ ਵੇਖ ਲੈਂਦੇ ਆ ਵੀ ਮੈਂ ਹੁਣ ਅੱਧਾ ਪਹਿਰਾ ਦੇ ਦਿੰਦਾ, ਮੈਂ 3 ਵਜੇ ਤੁਰ ਕੇ ਜਾਊਂ। ਮੈਂ ਥੋੜ੍ਹਾ ਹੁਣ ਪੈਣਾ ਸੀ, ਜਿਹੜਾ ਪੈਣਾ ਸੀ ਨਹੀਂ ਪੈਂਦਾ। 3 ਵਜੇ ਮੈਂ ਤੁਰ ਕੇ ਉੱਥੇ ਪਹੁੰਚਣਾ ਖੇਤ। ਉਦੋਂ ਨੂੰ ਪਟਵਾਰੀ ਨੇ ਕਾਨੂੰਗੋ ਨੇ ਆ ਜਾਣਾ। ਗੁਰੂ ਸਾਹਿਬ ਕਹਿੰਦੇ ਤੂੰ ਸਾਡਾ ਪਹਿਰਾ ਦੇ। ਉਹਨੇ ਅੱਧਾ ਪਹਿਰਾ ਦਿੱਤਾ। ਪਹਿਰੇ ਨੂੰ ਹੁਣ ਗੁਰੂ ਸਾਹਿਬ ਦਾ ਸਮਰੱਥ ਸਨ, ਗੁਰੂ ਨੂੰ ਕਾਹਦਾ ਡਰ। ਜਿਹੜੇ ਗੁਰੂ ਪੀਰ ਮਹਾਂਪੁਰਖ ਨੂੰ ਡਰਨ ਉਹ ਨਹੀਂ ਪ੍ਰਚਾਰ ਕਰ ਸਕਦੇ, ਨਾ ਡਰ। ਇਹ ਤਾਂ 5 ਤੱਤ ਦੀ ਦੇਹੀ ਹੈ, ਸਰੀਰ ਹੈ,
ਇਹਦੀ ਬੁਨਿਆਦ ਲਿਖੀ ਹੋਈ ਹੈ ਗੁਰਮੁਖੋ। ਇਹਦੇ ਜਿਹੜਾ ਪਾਣੀ ਅੰਦਰ ਹੈ, ਚਰਬੀ ਹੈ, ਖੂਨ ਹੈ, ਇਹ ਉੱਥੇ ਲਿਖਿਆ ਹੋਇਆ ਵੀ ਇੰਨਾ ਚਿਰ ਨਹੀਂ ਰਹਿਣਾ। ਜਿਹੜਾ ਬੰਦਾ ਆਪਦੇ ਡਰ ਤੋਂ ਹੀ ਡਰਦਾ ਵੀ ਮੇਰਾ ਡਰ ਮੈਨੂੰ ਫਲਾਨਾ ਬਚਾਊ, ਮੈਨੂੰ ਫਲਾਨਾ ਬਚਾਊ, ਤੇ ਤੂੰ ਦੁਨੀਆ ਨੂੰ ਕਿਆ ਬਚਾਵੇਂਗਾ? ਸਾਸ ਕੀ ਕਰੇਗਾ? ਉਹ ਗੁਰੂ ਸਤਿਗੁਰ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਗੁਰਸਿੱਖਾਂ ਨੂੰ ਤੁਸੀਂ ਪੈ ਜਾਓ, ਉਹ ਪਹਿਰਾ ਦਿੰਦਾ। ਗੁਰੂ ਜੀ ਕਹਿੰਦੇ ਤੂੰ ਵਾਹਿਗੁਰੂ ਵਾਹਿਗੁਰੂ ਜਪੀ ਚੱਲ, ਤੇ ਪਹਿਰਾ ਦੇ 3 ਵੱਜ ਗਏ। ਉਹ ਕਹਿਣ ਲੱਗਾ ਗੁਰੂ ਜੀ ਆਪਣੇ ਸੇਵਕਾਂ ਨੂੰ ਉਠਾ ਲਓ, ਤੇ ਮੈਂ ਚੱਲਿਆ। ਗੁਰੂ ਜੀ ਕਹਿੰਦੇ ਅੱਛਾ ਚੰਗਾ ਤੂੰ ਨਾ। ਗੁਰੂ ਜੀ ਕਹਿੰਦੇ 3 ਵਜੇ ਨੂੰ ਪਛਤਾਵੇਂਗਾ, 3 ਘੰਟਿਆਂ ਨੂੰ ਪਛਤਾਵੇਂਗਾ। ਗੁਰੂ ਜੀ ਕਹਿੰਦੇ ਸਾਰਾ ਪਹਿਰਾ ਦਿੰਦਾ, ਅੱਜ ਸਾਰੀ ਪਹਿਰੇ ਨੂੰ ਮਾਮਲਾ ਲੱਗਣਾ ਨਹੀਂ ਸੀ, ਪਰ ਅੱਧੀ ਨੂੰ ਲੱਗੂਗਾ। ਕਿੰਨਾ ਚਿਰ? ਗੁਰੂ ਜੀ ਕਹਿੰਦੇ ਜਿੰਨਾ ਚਿਰ ਚੰਦ ਸੂਰਜ ਆਕਾਸ਼ ਤਾਰੇ ਹੋਣਗੇ। ਇਹ ਗੁਰੂ ਹੈ ਸਾਡਾ। ਤੇ ਇਉਂ ਆਖਿਆ ਉਹਦਾ ਮਨੀ ਨਾ ਮੰਨਿਆ ਨਹੀਂ ਆ। ਜਿੰਨਾ ਚਿਰ ਸੰਗਤ ਨਾ ਕਰੀਏ ਰੰਗ ਨਹੀਂ ਚੜ੍ਹਦਾ, ਉਹਨਾਂ ਚਿਰ ਕਿਆ ਪਤਾ ਕਿਸੇ ਨੂੰ ਸੰਗਤ। ਬਾਬਾ ਨੰਦ ਸਿੰਘ ਕਹਿੰਦੇ ਜੇ ਕਿਸੇ ਨੇ ਪਾਠ ਕਰਾਉਣਾ, ਸਹਿਜ ਪਾਠ ਜਾਂ ਖੰਡ ਪਾਠ ਕਰਾਉਣਾ, ਜਿਹੜੇ ਕਮਾਈ ਵਾਲੇ ਮਹਾਂਪੁਰਖ ਪਹਿਲਾਂ 1.5 ਸਾਲ ਉਹਦੀ ਸੰਗਤ ਕਰੋ, ਇਉਂ ਆਖਦੇ ਸੀ। ਫਿਰ ਤੇਰੀ ਭਾਵਨਾ ਮੰਨੇ ਗੁਰੂ ਗ੍ਰੰਥ ਸਾਹਿਬ ਦੀ। ਤੇ ਐਂ ਹੋਵੇ ਬਾਬਾ ਈਸ਼ਰ ਨੂੰ ਬੇਨਤੀ ਕੀਤੀ ਵੀ ਜਗਰਾਮੀ ਸਹਿਜ ਪਾਠ ਬਾਬਾ ਜੀ ਘਰੇ ਚਰਨ ਪਾਇਓ। ਬਾਬਾ ਜੀ ਕਹਿੰਦੇ ਸਾਡੀ ਤਾਂ ਲੋੜ ਹੀ ਨਹੀਂ ਰਹੇਗੀ। ਜਦੋਂ ਗੁਰੂ ਸਾਹਿਬ ਨੇ ਹੀ ਚਰਨ ਪਾਤੇ, ਉਹ ਨਾਲ ਮਾਈ ਸੀ, ਉਹ ਕਹਿੰਦੀ ਨਹੀਂ ਚਰਨ ਤਾਂ ਤੁਹਾਡੀ ਆ, ਮੁੰਡਾ ਚੱਕ ਕੇ ਲਿਆਇਆ ਉਹਨੂੰ, ਤਾਂ ਉਹਦਾ ਚਰਨ ਹੀ ਹੈ ਨਹੀਂ। ਦੱਸੋ ਹੁਣ ਕੀ ਕਰੇ? ਗੁਰੂ ਜੀ ਕਹਿੰਦੇ ਰਾਗੇ ਨੂੰ ਲੈ ਜਾਓ, ਮੈਨੂੰ ਤਾਂ ਆਰਤੀ ਆਉਣੀ ਨਹੀਂ। ਬਾਬਾ ਈਸ਼ਰ ਕਹਿੰਦੇ ਰਾਗੀ ਬੇਗਮ ਕੇਰ ਸੋਹਣੀ ਆਰਤੀ ਕਰੇ ਹੋਣਗੇ। ਨਹੀਂ ਤੁਸੀਂ ਚਲੋ। ਬਾਬਾ ਜੀ ਕਹਿੰਦੇ ਮੈਂ ਤਾਂ ਇਕੱਲਾ ਆਰਤਾ ਹੀ ਆਉਂਦਾ, ਗੋਪਾਲ ਤੇਰੋ ਆਰਤਾ, ਮੈਂ ਤਾਂ ਇਕੱਲਾ ਆਰਤਾ ਹੀ ਕਰੂੰਗਾ। ਹੋਰ ਸੰਤਾਂ ਦੀਆਂ ਬਾਬਾ ਜੀ ਕਹਿੰਦੇ ਰਾਗੀਆਂ ਦੀਆਂ ਆਰਤੀਆਂ, ਮੇਰਾ ਆਰਤਾ। ਇਹ ਮੋਹਰ ਲਾਈ। ਜਾਣੀ ਆਇਆ ਲੋਕਾਂ ਨੂੰ ਜਿਹਨਾਂ 'ਚ ਗਿਆਨ ਨਹੀਂ ਆਉਂਦਾ। ਪਾਠ ਦੇਖੋ ਐਨ ਖਾ ਲੈਂਦੀ ਅਗਲਾ, ਪਰ ਨਹੀਂ ਮਰਜ਼ਾਦਾ। ਪਹਿਲਾਂ ਆਹ ਸੰਗਤ ਕਰੋ, ਫਿਰ ਗੁਰੂ ਸਾਹਿਬ ਤੁਹਾਡੇ ਘਰੇ ਆਉਣਗੇ। ਫਿਰ ਪਾਠੀ ਦੀ ਰੱਜ ਕੇ ਸੇਵਾ ਕਰੋ, ਤੇ ਘਰੇ ਰਹੋ ਉਹਨਾਂ ਚਿਰ। ਸਾਰਾ ਪਾਠ ਸੁਣੋ। 10,24,000 ਅੱਖਰ ਹੈ, ਸਾਰੇ ਪਰਿਵਾਰ ਦੇ ਸਰੀਰ ਵਿੱਚ ਦੀ ਲੰਘਣ। ਤੇ ਪ੍ਰੇਤ ਪਾਪ ਵੀ ਕਿਵੇਂ ਅੜ ਜੂਗਾ, ਕਿਵੇਂ ਰਹੂਗਾ? ਦੱਸੋ। ਤੁਸੀਂ ਪੜ੍ਹੇ ਲਿਖੇ ਬੈਠੇ ਸਾਰੇ, ਹੈ ਰਹਿ ਜੂਗਾ? ਨਹੀਂ। ਪਾਠੀ ਨੂੰ ਦਿਓ, ਪੁੱਛੋ ਵੀ ਬੋਲ ਕੇ ਪਾਠ ਕਰ, ਐਂ ਗੁਣ ਜਾਂ ਨਹੀਂ ਕਰਨਾ। ਤੇ ਸੇਵਾ ਲੈ ਲਾ ਜਿੰਨੀ ਮਰਜ਼ੀ, ਪਰ ਪੂਰੀ ਮਰਜ਼ਾਦਾ 'ਚ ਕਰਨਾ। ਇਸ਼ਨਾਨ ਕਰਨਾ ਤੇ ਨਿਤਨੇਮ ਕਰਨਾ ਪੂਰਾ। ਤੇ ਆਪ ਪਹਿਰਾ ਦਿਓ ਗੁਰੂ ਗ੍ਰੰਥ ਸਾਹਿਬ ਤੋਂ ਵੀ ਸਾਡੇ ਘਰੇ ਭਾਈ ਲਾਲੂ ਦੇ ਘਰੇ ਗੁਰੂ ਨਾਨਕ ਆਇਆ ਹੋਇਆ। ਮਰਜ਼ਾਦਾ ਦੇ ਵਿੱਚ ਕਰਕੇ ਤੁਸੀਂ ਵੇਖੋ ਜਿੱਦੇ ਭੋਗ ਪਿਆ, ਤੁਸੀਂ ਜਿਹੜੀ ਕੋਈ ਚੀਜ਼ ਮੰਗੋਗੇ ਤੁਹਾਡੀ ਝੋਲੀ ਭਰ ਕੇ ਗੁਰੂ ਨਾਨਕ ਤੁਹਾਡੇ ਘਰੋਂ ਨਿਕਲੂਗਾ। ਉਹਦੇ ਜਗਰਾਮੀ ਉਹਨਾਂ ਦਾ ਮੁੰਡਾ ਹੀ ਨਹੀਂ ਸੀ, ਤੇ ਸਾਡੇ ਪਾਠੀ ਪਾਠ ਕੀਤਾ ਵਧੀਆ। ਤੇ ਗੁਆਂਢੀ ਸਾਹਮਣੇ ਵਾਲੇ, ਉਹ ਘਰ ਵਾਲੇ ਕਹਿੰਦੀ ਆਪਾਂ ਵੀ ਪਾਠ ਕਰਾਈਏ। ਉਹ ਕਹਿੰਦੇ ਚੱਲ ਪਾਠ ਨੂੰ ਕੀ ਆ, ਪਾਠ ਸੰਗਤ ਨਹੀਂ ਸੀ ਕੀਤੀ। ਕਹਿੰਦੀ ਮੈਨੂੰ ਬੜਾ ਸੋਹਣੇ ਲੱਗੇ ਮੈਂ ਕੰਮ, ਉਹਨਾਂ ਦੇ ਵਿਹੜੇ 'ਚ ਕੀਰਤਨ ਕਰਦੇ ਸੀ ਬਹੁਤ ਸੋਹਣਾ, ਤੇ ਆਪਾਂ ਵੀ ਕਰਾਈਏ ਆਪਾਂ। ਤੇ ਉਹ ਸੱਸ ਘਰ ਵਾਲੇ ਨੂੰ ਮਸਾਂ ਮਨਾਇਆ। ਘਰ ਵਾਲਾ ਪਹਿਲਾਂ ਹੋਰ ਗੁਰਦੁਆਰੇ ਗਿਆ ਵੀ ਪਾਠ ਕਰਾਉਣਾ, ਕਿੰਨੇ ਪੈਸੇ ਲਓਗੇ? ਕਿੰਨੇ? ਉਹਨੇ ਸਾਨੂੰ ਕਿਹਾ 160 ਰੁਪਈਏ ਲਵਾਂਗੇ। ਉਦੋਂ ਸਮਾਂ ਐਸਾ ਸੀ। ਹਾਂ, ਫਿਰ ਦੂਜਿਆਂ ਦੇ ਗਿਆ। ਇੱਕ ਡੇਰੇ ਚਲੇ ਗਏ, ਉਹ ਕਹਿੰਦੇ ਸਾਡੇ ਕੋਲ ਕਰਾਇਆ ਪਿਆ ਪਾਠ। ਸਵੇਰ ਕਹਿੰਦੇ 60 ਰੁਪਈਏ ਜੀ ਕਰ ਦਿਆਂਗੇ, ਕਰਾਇਆ ਪਿਆ। ਦੇਖੋ ਪਾਠ ਅੱਜ ਐਂ ਹੋ ਰਹੀ ਹੈ, ਬੁਰਾ ਹਾਲ ਹੋਇਆ। ਗੁਰੂ ਸਾਹਿਬ ਦਾ ਲਿਖਿਆ ਹੋਇਆ। ਗੁਰੂ ਸਾਹਿਬ ਕਹਿੰਦੇ ਕਈ ਤਾਂ ਜਿਸਮ ਵੇਚਣਗੇ, ਸਰੀਰ ਵੇਚਣਗੇ, ਕੋਈ ਪਲਾਟ ਪੈਲੀ ਮਈਆਂ ਗਾਈਆਂ ਵੇਚਣਗੇ। ਗੁਰੂ ਜੀ ਕਹਿੰਦੇ ਐਸੇ ਹੋਣਗੇ
ਗੁਰਬਾਣੀ ਨੂੰ ਵੇਚਣਗੇ, ਲਾਲਚ ਕਰਨਗੇ, ਮੈਨੂੰ ਵੇਚਣਗੇ, ਉਹ ਲਿਖਿਆ ਗੁਰੂ ਸਾਹਿਬ ਕਹਿੰਦੇ। ਹਾਂ, ਸੌਦੇ ਕਰਨਗੇ। ਨਹੀਂ, ਅੱਜ ਦਾ ਯੁੱਗ ਹੈ, ਪਾਠੀ ਨੂੰ ਪੈਸੇ ਦੀ ਲੋੜ ਹੈ, ਕਿ ਸਕੂਟਰ ਆ, ਮੋਟਰਸਾਈਕਲ ਆ, ਜਾਂ ਪਰਿਵਾਰ ਆ, ਜਾਂ ਲੀੜੇ ਆ, ਇਹ ਤਾਂ ਹੈ ਨਾ, ਪਰ ਜਿਹੜਾ ਲਾਲਚ ਹੈ ਮਾੜਾ, ਲਾਲਚ ਮਾੜਾ। ਤਖਤਪੁਰੇ ਬਾਬਾ ਜੀ ਦੀਵਾਨ ਲੱਗੇ ਸੀ, ਤੇ ਚੜਾਵ 'ਚ ਇੱਕ ਬੈਲਣ ਦੇ ਵਿੱਚ ਵੱਜੀ, ਕੇਰਸੋਂ ਦੇ ਬੈਲਣ ਵਿੱਚ। ਬਾਬਾ ਜੀ ਨੂੰ ਕਿਹਾ, ਬਾਬਾ ਜੀ ਚੜਾਵ 'ਚ ਕਹਾ ਬਹੁਤ ਆ। ਬਾਬਾ ਜੀ ਕਹਿੰਦੇ ਗਰੰਟੀ ਹੈ ਪਿਛਲੇ ਜਨਮ ਦੀ। ਬਾਬਾ ਜੀ ਕਹਿੰਦੇ ਜਦੋਂ ਮੱਥਾ ਕੋਈ ਟੇਕਦਾ ਸੀ, ਇਹ ਅੱਖਾਂ ਮੀਚ ਕੇ ਪੈਸੇ ਚੱਕ ਲੈਂਦੇ ਸੀ, ਵੀ ਕਿਹੜਾ ਕਿਸੇ ਨੂੰ ਦਿਖਦਾ। ਹੁਣ ਇਹਨਾਂ ਚੜਾਵ 'ਚ ਕਹਿਣ ਰਾਤ ਨੂੰ ਦੀਦਾ, ਦਿਨੇ ਦੀਦਾ ਹੀ ਨਹੀਂ ਗਾ। ਇਹ ਬਾਬਾ ਦੇ ਵਚਨ ਆ। ਇਹ ਕਿ ਰੱਬ ਦੀ ਮਾਰ ਤੇ ਰੱਬ ਦੀ ਕਿਰਪਾ, ਉਹ ਤਾਂ ਸੱਸ ਸੱਚਖੰਡ ਪਹੁੰਚਾ ਦਿੰਦੀ, ਮਹਾਂਪੁਰਖ ਬਣਾ ਦਿੰਦੀ ਹੈ, ਮਹਾਂਪੁਰਖ। ਤੇ ਇਸ ਕਰਕੇ ਸੱਸ ਉੱਥੇ ਮੋਹਰ ਲਾਈ, ਬਾਬਾ ਜੀ ਨੇ ਕਿਰਪਾ ਕੀਤੀ। ਤੇ ਮੈਂ ਵਿਚਾਰ ਕਰ ਰਿਹਾ ਸੀ ਵੀ ਐਂ ਪਾਠ ਕਰੇ ਕਰਾਏ ਜਾਂ ਹੋਰ ਬੁਰਾ ਹਾਲ। ਇੱਕ ਤੋਂ ਮਿਲ ਗਿਆ ਸਸਤਾ ਜਿਹਾ, ਤੇ ਉਹ ਆਪ ਤਾਂ ਤਾਸ਼ ਖੇਡਣ ਚਲੇ ਜਾਇਆ ਕਰੇ, ਤੇ ਮਾਈ ਕੱਲੀ ਕਰੇ, ਕਰਾ ਲਓ ਪਾਠ। ਮਾਈ ਨੂੰ ਕੋਈ ਪਤਾ ਨਾ। ਉਹ ਸਾਈਕਲ ਤੇ ਆਇਆ ਪਾਠੀ, ਪਹਿਲੇ ਦਿਨ ਪਾਠ ਕੀਤਾ, ਪੈਰ ਧੋਤੇ ਉਹਨੇ ਆਪ ਹੀ, ਨਲਕੇ ਤੇ ਉਹ ਨਲਕਾ ਸੀ। ਤੇ ਜਾਣ ਲੱਗਾ, ਕਹਿੰਦਾ ਮਾਈ ਜਦੋਂ ਮੈਂ ਆਉਣਾ ਹੁੰਦਾ ਨਾ, ਤੇ ਤੂੰ ਕਹਿੰਦੇ ਸੀ ਪਾਣੀ ਦਾ ਗੜਬਾ ਭਰ ਕੇ ਖੜਿਆ ਕਰ, ਤੇ ਮੇਰੇ ਚਰਨ ਧੋਇਆ ਕਰ। ਪਾਠੀ ਨੇ ਆਖਿਆ, ਪੈਰ ਤਾਂ ਆਮ ਹੀ ਕਹਿੰਦੇ ਆ। ਪਾਠੀ ਨੇ ਆਖਿਆ ਚਰਨ ਤੇ ਪਾਣੀ ਪਾਇਆ ਕਰ, ਧੋਇਆ ਕਰ, ਲਿਆਇਆ ਕਰ। ਮੈਨੂੰ ਧੋ ਕੇ ਕੱਚੀ ਜਗ੍ਹਾ ਵੀ ਫੇਰ ਲੰਘਣਾ ਪੈਂਦਾ, ਫੇਰ ਲਿਬੜ ਜਾਂਦੇ। ਇਉਂ ਆਖਿਆ। ਮਾਈ ਕਹਿੰਦੇ ਕੱਲ੍ਹ ਨੂੰ ਸਹੀ। ਜਦੋਂ ਪਾਠੀ ਆਇਆ ਨਾ, ਮਾਈ ਨੂੰ ਚੇਤਾ ਭੁੱਲ ਗਿਆ ਚਰਨ ਦਾ। ਮਾਈ ਹੌਲੀ ਹੌਲੀ ਆਵੇ, ਗਿੱਚੀ ਖੁਰਚਦੀ। ਉਹ ਕਹਿੰਦਾ ਮਾਈ ਛੇਦੀ ਆ। ਉਹ ਕਹਿੰਦੀ ਕੁਛ ਯਾਦ ਕਰਦੀ ਆਉਣੀ ਆ। ਉਹ ਗ੍ਰਾਂਤੀ ਕਹਿੰਦਾ ਛੇਤੀ ਆ। ਉਹ ਭੱਜ ਕੇ ਆਈ। ਉਹਨੇ ਆਖਿਆ ਵੀ ਇੱਕ ਤਾਂ ਪੈਰ ਹੁੰਦੇ ਆ, ਉਹ ਦੂਜਾ ਚੇਤਾ ਭੁੱਲ ਗਿਆ। ਉਹ ਕਹਿੰਦੀ ਕਰ ਖੁੰਡੜੇ, ਜਾਂ ਤੇਰੇ ਖੁੰਡੜਾਂ 'ਤੇ ਪਾਣੀ ਪਾਵਾਂ। ਉਹ ਕਹਿੰਦਾ ਮਾਈ ਮੈਂ ਮੱਧ ਤਾਈਂ ਪਾੜ ਕਰਤਾ, ਹੋਰ ਕਿਸੇ ਗ੍ਰਾਂਤੀ ਤੋਂ ਕਰਾ ਲਈ। ਹਾਂ, ਇਹਨੂੰ ਚਰਨ ਕਹੀਦਾ। ਉਹ ਕਹਿੰਦੀ ਲਾ, ਮੈਨੂੰ ਤਾਂ ਤੰਦੂਰ 'ਚ ਮੱਚਣਿਆਂ ਦਾ ਨਾਂ ਨਹੀਂ ਆਇਆ। ਉਹ ਕਹਿੰਦਾ ਪਾੜ ਤੰਦੂਰ 'ਚ ਮੱਚਣਿਆਂ ਦਾ ਨਾਂ ਨਹੀਂ, ਉਹ ਗ੍ਰਾਂਤੀ ਕਹਿੰਦਾ ਹਜੇ ਤਾਂ ਮੈਂ ਮਾਈ ਮੈਂ ਜਿਉਂਦੀ ਆ। ਜੇ ਤੇਰੇ ਕੋਲ ਕੋਈ ਚੀਜ਼ ਹੋਵੇ ਬ੍ਰਹਮ ਗਿਆਨੀ ਦੀ, ਮੈਂ ਤਾਂ ਫੂਕ ਦੇ ਰੱਖ ਦੇਣੀ। ਕਰਾ ਲਓ ਪਾੜ। ਆ ਤਾਂ ਇਹ ਬੈਠੇ, ਤਾਂ ਗੁਰੂ ਨਾਨਕ ਨੇ ਭੇਜਿਆ ਸੰਗਤ ਕਰਨ ਵਾਸਤੇ। ਜਿੰਨਾ ਚਿਰ ਸੰਗਤ ਦਾ ਰੰਗ ਨਹੀਂ ਚੜ੍ਹਦਾ ਗੁਰਮੁਖੋ, ਉਹਨਾਂ ਚਿਰ ਕੁਛ ਪ੍ਰਾਪਤ ਨਹੀਂ ਹੁੰਦਾ। ਇਹ ਮੋਹਰ ਲੱਗੀ ਗੁਰੂ ਸਾਹਿਬ ਨੌਵੇਂ ਪਾਤਸ਼ਾਹ ਨੇ। ਇਹ ਗੱਲ ਹੁਣ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਇੱਥੋਂ ਅਸੀਂ ਬੈਠੇ ਹਾਂ, ਬਚਨ ਕਰਤਾ ਸਾਡੇ ਗੁਰਦੇਵ ਜੀ ਨੇ, ਗੁਰੂ ਨੌਵੇਂ ਪਾਤਸ਼ਾਹ ਨੇ। ਕਿਉਂਕਿ ਉਹਨੂੰ ਸਮਝ ਨਾ ਆਵੇ ਗੁਰਮੁਖੋ ਜ਼ਿਮੀਂਦਾਰ ਨੂੰ। ਉਹ ਕਹਿੰਦਾ ਐਂ ਕਿਵੇਂ ਹੋ ਜੂ। ਇੱਥੇ ਹੀ ਬਹੁਤ ਕਈ ਸੰਗੀ ਕਹਿਣਗੇ ਐਂ ਕਿਵੇਂ ਰਾਮ ਆਜੂ, ਰਾਮ ਆਜੂ। ਇਸ ਕਰਕੇ ਸਾਧ ਸੰਗਤ ਭਾਵਨਾ ਦੀ ਗੱਲ ਹੈ, ਭਾਵਨਾ ਭਗਤੀ ਹੈ। ਉੱਥੇ ਸਾਧ ਸੰਗਤ ਉਹਨਾਂ ਨੇ ਜਿਹੜੇ ਟਾਈਮ 'ਤੇ ਚਲਿਆ ਗਿਆ, ਉੱਥੇ ਕਾਨੂੰਗੋ ਪਟਵਾਰੀ ਇਕੱਠੇ ਹੋ ਗਏ, ਸਾਰੇ ਇਕੱਠੇ ਹੋ ਗਏ। ਤੇ ਪਟਵਾਰੀ ਨੂੰ ਪੁੱਛਿਆ ਤੇ ਹਾਂ ਵੀ ਮੇਰੀ ਵੀ ਗਦਾਵਰੀ ਕਰਨ ਵਾਲੀ ਆ। ਉਹਨੇ ਆਖਿਆ ਕਿੰਨੀ ਪੈਲੀ ਹੈ। ਉਹ ਕਹਿੰਦਾ ਹੈ ਤਾਂ 200 ਬਿੱਘਾ। ਉਹ ਜ਼ਿਮੀਂਦਾਰ ਨੇ ਆਖਿਆ ਸੱਚ ਬੋਲਿਆ ਕਿ ਸਿੱਖ ਸੀ 200 ਬਿੱਘਾ। ਤੇ ਪਰ ਇੱਕ ਗੱਲ ਉਹਨੇ ਇਸ ਚਿੱਤ 'ਚ ਵੀ ਰੱਖੀ ਵੀ ਜਿਹੜੇ ਪੀਰ ਜੀ ਆਏ ਨਾ ਮਹਾਂਪੁਰਸ਼, ਉਹਨਾਂ ਨੇ ਆਖਿਆ ਅੱਧੀ ਨੂੰ ਮਾਮਲਾ ਲੱਗੂ। ਪਰ ਉਹਨੇ ਆਖਿਆ ਸਾਰੀ ਬੀਜੀ, ਉਹਨੇ ਆਖਿਆ ਸਾਰੀ ਬੀਜੀ ਹੈ ਸਾਰੀ। ਜਿਸ ਟਾਈਮ 'ਤੇ ਕਰਮਾਂ ਪਾਈਆਂ ਜ਼ਿਮੀਂਦਾਰ ਨੇ, ਕਰਮਾਂ ਵਿੱਚ ਗੁਰਮੁਖੋ ਪੈਲੀ 100 ਬਿੱਘਾ ਹੀ ਆਵੇ। 100 ਜ਼ਿਮੀਂਦਾਰ ਹੈਰਾਨ ਹੋ ਗਿਆ। ਉਹ ਕਹਿੰਦਾ 100 ਬਿੱਘਾ ਕਰਮਾਂ 'ਚ। ਪਟਵਾਰੀ ਕਹਿੰਦਾ ਕਾਗਜ਼ਾਂ 'ਚ ਤੇਰੇ 'ਚ 200 ਬਿੱਘਾ। ਉਹ ਕਹਿੰਦਾ ਤੂੰ ਕਰਮਾਂ ਪਾ ਲਾ।
ਜਦੋਂ ਉਹਨੇ ਕਰਮਾਂ ਪਾਈਆਂ, ਪਟਵਾਰੀ ਦੇ ਵੀ ਕਰਮਾਂ 'ਚ 100 ਵਿਗਾ ਹੀ ਆਈ। 100 ਵਿਗਾ। ਉਸ ਸ਼ਰੀਕ ਭਰਾ ਖੜਾ ਸੀ ਮੁਸਲਮਾਨ, ਉਹ ਕਹਿੰਦਾ ਕਿਉਂ ਪਟਵਾਰੀ ਰਿਸ਼ਵਤ ਲੈ ਲਈ, 200 ਵਿਗਾ ਹੈ। ਉਹ ਕਹਿੰਦਾ ਤੂੰ ਕਰਮਾਂ ਪਾ ਲਾ। ਇਉਂ ਲਿਖਿਆ 5 ਵੇਰਾਂ ਪੈਲੀ ਮਿਣੀ, 6 ਵੇਰਾਂ ਬੈਰੀਆਂ ਨੇ ਪੈਲੀ ਮਿਣੀ, ਪਰ 100 ਵਿਗਾ ਹੀ ਕਰਮਾਂ 'ਚ ਆਈ। ਉੱਥੇ ਦੇ ਅੱਖਾਂ 'ਚੋਂ ਪਾਣੀ ਆ ਗਿਆ ਜ਼ਿਮੀਂਦਾਰ ਦੇ। ਓਹੋ ਮੇਲਾ ਵੀ ਪਤਾ ਨਹੀਂ ਲੱਗਿਆ ਆਪਾਂ ਨੂੰ, ਆਪਾਂ ਆਖਿਆ ਬੰਦਾ ਹੀ ਆ, ਇਉਂ ਆਖਿਆ। ਤੇ ਸਾਧ ਸੰਗਤ ਉੱਥੇ ਜਦੋਂ ਸਾਰੇ ਕਹਿੰਦੇ ਤੂੰ ਬੋਲਦਾ ਨਹੀਂ, ਹੁਣ ਚੁੱਪ ਕੀਤਾ ਖੜਾ। ਕਹਿੰਦਾ ਰਾਤ ਦਾ ਇੱਕ ਮਹਾਂਪੁਰਖ ਮੇਰੇ ਘਰੇ ਆਇਆ ਪੀਰ, ਉਹ ਕਹਿੰਦਾ ਸਾਰੀ ਰਾਤ ਪਹਿਰਾ ਦੇ, ਤੇ ਮੈਂ ਮੂਰਖ ਮੰਨਿਆ ਨਹੀਂ ਉਹਨਾਂ ਦੀ ਗੱਲ, ਤੇ ਉਹ ਮੈਨੂੰ ਕਹਿੰਦੇ ਸਾਰੀ ਰਾਤ ਪਹਿਰਾ ਦੇ, ਮੈਂ ਤੇਰੀ ਸਾਰੀ ਪੈਲੀ ਨੂੰ ਮਾਮਲੇ ਲੱਗਣ ਦਊਂਗਾ। ਕਹਿੰਦੇ ਮੈਂ ਅੱਧਾ ਪਹਿਰਾ ਦਿੱਤਾ, ਕਹਿੰਦੇ ਜਾ ਜ਼ੋਰ ਲਾ ਲਾ, ਅੱਧੀ ਨੂੰ ਲੱਗੂ ਅੱਧੀ ਨੂੰ ਨਹੀਂ ਲੱਗੂ। ਉਹ ਸਾਰੇ ਕਹਿੰਦੇ ਮਾਮਲਾ ਫੇਰ ਹੀ ਡਾਵਾਂਗੇ, ਪਹਿਲਾਂ ਚੱਲ ਉਹਦੇ ਦਰਸ਼ਨ ਹੀ ਕਰਦੇ ਆ। ਸਾਰੇ ਹੀ ਆ ਗਏ, ਰੈਸਟਰ ਰੂਟਰ ਲੈ ਕੇ। ਗੁਰੂ ਸਾਹਿਬ ਜੁੱਲ 'ਚ ਨਹੀਂ ਪਿਆ। 9ਵੇਂ ਪਾਤਸ਼ਾਹ ਅੰਮ੍ਰਿਤ ਦਾ ਵੇਲਾ ਸੀ। ਅੰਮ੍ਰਿਤ ਦਾ ਵੇਲਾ ਇਸ਼ਨਾਨ ਪਾਣੀ ਕਰਕੇ ਤੇ ਰਾਗੀਆਂ ਦੇ ਇੱਕ ਪਾਸੇ ਬੈਠੇ ਸੀ, ਤੇ ਕੀਰਤਨ ਹੋ ਰਿਹਾ ਸੀ ਜ਼ਿਮੀਂਦਾਰ ਦੇ ਘਰੇ ਕੀਰਤਨ ਹੋ ਰਿਹਾ ਸੀ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਜਦੋਂ ਮੱਥਾ ਟੇਕਿਆ, ਉਦੋਂ ਸਾਧ ਸੰਗਤ ਇਹ ਪੜ੍ਹ ਰਹੇ ਸੀ, ਜੇ ਸੋ ਚੰਦਾ ਉਗਵੈ ਸੂਰਜ ਚੜੇ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜ਼ਿਮੀਂਦਾਰ ਨੇ ਘਰ 'ਚ ਪੜਨਾ ਪਾ ਲਿਆ। ਜ਼ਿਮੀਂਦਾਰ ਕਹਿੰਦਾ ਜੀ ਵਾਕਿਆ ਹੀ ਇਹ ਗੱਲ ਠੀਕ ਹੈ, ਗੁਰੂ ਤੋਂ ਬਿਨਾਂ ਹਨੇਰਾ ਹੀ ਆ। ਅੱਜ ਮੇਰਾ ਹਨੇਰਾ ਚੱਕਿਆ ਗਿਆ ਚਰਨ ਤੇ ਮੱਥਾ ਟੇਕ ਉਸ ਨੇ। ਤੇ ਸਾਧ ਸੰਗਤ ਫਿਰ ਕਹਿਣ ਗਲਤੀ ਹੋ ਗਈ, ਭੁੱਲ ਹੋ ਗਈ, ਇਉਂ ਆਖਿਆ। ਪਟਵਾਰੀ ਨੇ ਸਾਰਿਆਂ ਨੇ ਵੇਖਿਆ, ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਨੇ ਭੋਗ ਪਾਇਆ, ਸਾਰੇ ਵਹਿ ਗਏ। ਕਿਸੇ ਦਾ ਕੁਛ ਦੁਖਦਾ, ਕਿਸੇ ਦਾ ਦ੍ਰਿਸ਼ਟੀ ਦੇ ਨਾਲ ਦਰਸ਼ਨ ਕਰਨ ਦੇ ਨਾਲ ਜਲ ਸਰੀਰ ਲੱਗੇ। ਤੇ ਪਟਵਾਰੀ ਨੇ ਲਾਲ ਅੱਖਰਾਂ ਦੇ ਵਿੱਚ ਲਿਖਤਾ ਵੀ ਇੱਥੇ 100 ਵਿਗੇ ਨੂੰ ਮਾਮਲਾ ਲੱਗੂਗਾ ਤੇ 100 ਨੂੰ ਨਹੀਂ ਲੱਗੂਗਾ। ਉਹਦੇ ਘਰੇ ਲਿਖਤਾ। ਤੇ ਸਾਧ ਸੰਗਤ ਇਵੇਂ ਹੀ ਹੋਇਆ। ਤੇ ਉੱਥੇ ਫਿਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਅਸੀਂ ਜਾਣਾ ਹੁਣ। ਉਹ ਜ਼ਿਮੀਂਦਾਰ ਨੇ ਆਖਿਆ ਗੁਰੂ ਜੀ ਸਾਧੂ ਸੰਤ ਤਾਂ ਮੇਰੇ ਘਰੇ ਬਹੁਤ ਆਉਂਦੇ ਆ, ਪਰ ਆਪ ਜੀ ਵਰਗਾ ਨਹੀਂ ਕੋਈ ਆਇਆ ਅੱਜ ਤੱਕ। ਛਕ ਖਾ ਕੇ ਚਲੇ ਜਾਂਦੇ ਆ, ਪਰ ਐਂ ਕੋਈ ਨਹੀਂ ਆਇਆ। ਹੁਣ ਕਿਰਪਾ ਕਰੋ ਮੈਨੂੰ ਚਰਨੀ ਲਾਓ, ਕੁਛ ਸਮਾਂ ਇੱਥੇ ਦਿਓ ਘਰੇ। ਹੋਰ ਵੀ ਪਿੰਡ ਦੇ ਲੱਗੇ। ਗੁਰੂ ਸਾਹਿਬ ਨੇ ਫਿਰ 6 ਦਿਨ ਰਹੇ। 6 ਦਿਨਾਂ ਵਿੱਚ 3 ਦੀਵਾਨ ਰੋਜ਼ ਦੇ। ਇੱਕ ਤਾਲਸਾ ਦੀ ਵਾਰ ਦਾ ਦੀਵਾਨ ਹੋ ਗਿਆ, ਇੱਕ ਦੁਪਹਿਰੇ ਸੰਗਤ ਪੁਤਾਉਂਦੇ ਸੀ, ਇੱਕ ਫਿਰ ਸ਼ਾਮ ਦਾ ਦੀਵਾਨ ਹੋ ਗਿਆ। 3 ਇੰਨੇ ਚਿਰਾਗ ਛੱਪੜ ਦਾ ਕਿਨਾਰਾ ਭਰ ਗਿਆ ਗੁਰੂ ਸਾਹਿਬ ਨੇ ਵਚਨ ਕਰਕੇ। ਚਿਰਾਗਾਂ ਦੇ ਨਾਲ ਪਿੰਡਾਂ ਦੇ ਵਿੱਚੋਂ ਐਸੇ ਬਾਣ ਮਾਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੇ ਬਰਿਆਈਆਂ, ਗੁਰ ਸ਼ਬਦੀ। ਗੁਰੂ ਸਾਹਿਬ ਨੇ ਮੋਹਰ ਲਾਈ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਗੁਰੂ ਤੇਗ ਬਹਾਦਰ ਬੋਲਿਆ ਤਰਪਈਏ ਧਰਮ ਨਾ ਛੋਡੀਏ, ਵਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ, ਵਾਹੇ ਨਾ ਛੋਡੀਏ। ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮੋਹਰ ਲਾਈ। ਤੇ ਸੰਗਤਾਂ ਸਾਰੀਆਂ ਨੇ ਆਖਿਆ ਗੁਰੂ ਜੀ ਇੱਥੇ ਰਹੋ। ਗੁਰੂ ਜੀ ਕਹਿੰਦੇ ਅਸੀਂ ਅਟਕਣਾ ਨਹੀਂ, ਵੀ ਸਾਰੇ ਥਾਈਂ ਭਗਵਾਨ ਰਾਮਚੰਦਰ ਮੌਕੇ, ਕ੍ਰਿਸ਼ਨ ਮੌਕੇ, ਜੰਗ ਯੁੱਧ ਦਾ ਸਮਾਂ ਲੰਘ ਗਿਆ। ਤੇ ਇਸ ਕਰਕੇ ਜਿੱਥੇ ਜਿੱਥੇ ਬਾਬਾ ਜੀ ਗਏ ਗੁਰੂ ਨਾਨਕ ਸਾਹਿਬ, ਅਸੀਂ ਉੱਥੇ ਸਾਡੀ ਡਿਊਟੀ ਲੱਗੀ ਹੈ। ਅਸੀਂ ਉੱਥੇ ਕੱਲੇ ਦਾ ਕੁੰਡਾ ਖੜਕਾ ਕੇ ਸਭ ਨੂੰ ਨਾਮ ਦੀ ਦਾਤ ਦੇ ਨਾਲ ਤਾਰਨਾ। ਆਓ ਕਲੂ ਆਇਓ ਰੇ, ਇਉਂ ਬੋਲੇ, ਇੱਕ ਨਾਮ ਬੋਵੋ, ਇਉਂ ਵਚਨ ਕੀਤਾ।
ਉਹਨਾਂ ਨੇ ਆਖਿਆ ਜੀ ਫਿਰ ਕਿਰਪਾ ਕਰੋ। ਉਹ ਜਿਹੜਾ ਸਿੱਖ ਸੀ ਨਾ, ਉਹਨੇ ਆਖਿਆ ਜੀ ਕਿਰਪਾ ਕਰੋ। ਗੁਰੂ ਸਾਹਿਬ ਨੇ ਤਾਂ ਸਰੂਪਾ ਪਾ ਕੇ ਤੇ ਚੋਲਾ ਪਾ ਕੇ 6 ਦਿਨਾਂ ਵਿੱਚ ਉਹਨੂੰ ਮਹਾਂਪੁਰਖ ਬਣਾ ਦਿੱਤਾ। 9ਵੇਂ ਪਾਤਸ਼ਾਹ 6 ਦਿਨਾਂ 'ਚ। ਤੇ ਉੱਥੇ ਮੰਜੀ ਬਖਸ਼ੀ। ਆਖਿਆ ਜਿਵੇਂ ਅਸੀਂ ਇੱਥੇ ਬੈਠੇ ਆ ਨਾ, ਦੀਵਾਨ ਲੱਗਿਆ, ਇੱਥੇ ਰੋਜ਼ ਦੀਵਾਨ ਲਾਇਆ ਕਰੋ। ਦੀਵਾਨ ਲਾਇਆ ਕਰੋ। ਜਪਜੀ ਸਾਹਿਬ ਦੀ ਪੋਥੀ ਦਿੱਤੀ ਵੀ ਸਾਰੇ ਜਪਜੀ ਸਾਹਿਬ ਦਾ ਪਾਠ ਵਾਰੀ ਵਾਰੀ ਕਰਿਆ ਕਰੋ, ਸੁਣਿਆ ਕਰੋ, ਸੁਣਿਆ ਕਰੋ। ਤੇ ਸਾਧ ਸੰਗਤ ਗੁਰੂ ਸਾਹਿਬ ਦੀ ਮਿਹਰ ਹੋਈ। ਐਸਾ ਮਾਲਕ ਸਾਨੂੰ ਮਿਲਿਆ। ਮਾਲਕ ਧੁਰ ਦਰਗਾਹ ਦਾ, ਧੁਰ ਦਰਗਾਹ ਦਾ। ਆਪਣੇ ਸੇਵਕਾਂ ਦੇ ਘਰੇ ਜਾ ਜਾ ਕੰਮ ਕਰੇ, ਘਰੇ ਫਿਰ ਸੇਵਕਾਂ ਨੂੰ ਫਿਕਰ ਹੈ ਕਾਹਦਾ। ਐਸੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੋਤ ਹੈ ਜਿਹੜੀ, ਇਹ ਨਹੀਂ ਆਵੇ ਜੋਤਾਂ ਜਾਤਾਂ ਨਾ, ਇਹ ਗੁਰੂ ਦੀ ਜੋਤ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਆਨੰਦ ਸਿੰਘ ਮਹਾਰਾਜ ਨੂੰ ਆਖਿਆ ਜੀ ਗੱਦੀ ਕਿਹਨੂੰ ਦਿਓਗੇ? ਸਰਦਾਰ ਜਸਵੰਤ ਸਿੰਘ ਨੇ ਬੇਨਤੀ ਕੀਤੀ। ਆਪ ਦਾ ਸਰੀਰ ਨਿਰਮਲ ਹੋ ਗਿਆ। ਗਰੀਬ ਨਵਾਜ਼ ਗੱਦੀ ਕਿਹਨੂੰ ਦਿਓਗੇ? ਪਹਿਲਾਂ ਤਾਂ ਬਾਬਾ ਜੀ ਗੰਭੀਰਤਾ ਵਿੱਚ ਆ ਗਏ। ਬਾਬਾ ਜੀ ਕਹਿੰਦੇ ਇੱਥੇ ਬੈਠੇ ਤੁਸੀਂ ਕਿਹੋ ਜਿਹੀਆਂ ਸੋਚਦੇ ਆ? ਹਜੇ ਅਸੀਂ ਬੈਠੇ ਹਾਂ, ਕੀ ਸੋਚਦੇ ਆ? ਇਉਂ ਆਖਿਆ। ਉਹਨੇ ਆਖਿਆ ਪਾਤਸ਼ਾਹ ਜੀ ਤੁਹਾਡੇ ਹੁੰਦਿਆਂ ਨਾ, ਤੁਹਾਡੀ ਸੇਵਾ ਕਰਦੇ ਆ, ਸਾਡਾ ਫੁਰਨਾ ਨਹੀਂ ਬਣ ਸਕਦਾ। ਇਹ ਤੁਸੀਂ ਹੀ ਫੁਰਨਾ ਬਣਾਇਆ, ਫੁਰਨਾ ਬਣਾਇਆ। ਬਾਬਾ ਜੀ ਕਹਿੰਦਾ ਅੱਛਾ ਠੀਕ ਆ, ਹਾਂ ਕਰ ਬਚਨ ਜੀ। ਗੱਦੀ ਕਿਹਨੂੰ ਦਿਓਗੇ? ਬਾਬਾ ਜੀ ਕਹਿੰਦੇ ਜਸਵੰਤ ਜਿੱਦੇ ਗੱਦੀ ਲਈ ਉਹਦੇ ਤੂੰ ਕੋਲੇ ਸੀਗਾ? ਕਹਿੰਦੇ ਨਹੀਂ। ਬਾਬਾ ਜੀ ਕਹਿੰਦੇ ਨਾ ਗੱਦੀ ਲਈ ਆ ਨਾ ਦੇਣੀ ਹੈ। ਉਹ ਸਾਹਮਣੇ ਮੇਰਾ ਗੁਰੂ ਨਾਨਕ ਬੈਠਾ, ਯਾਰ ਨਾਲ ਯਾਰੀ ਨਿਭ ਗਈ ਹੈ। ਬਾਬਾ ਜੀ ਕਹਿੰਦੇ ਜਿਹੜਾ ਮੇਰੇ ਵਾਂਗੂ ਪ੍ਰਗਟ ਗੁਰਾਂ ਕੀ ਦੇਹ ਦਾ ਪ੍ਰਚਾਰ ਕਰੇਗਾ, ਗੁਰੂ ਨਾਨਕ ਦਾ ਪ੍ਰਚਾਰ ਕਰੇਗਾ, ਅੰਮ੍ਰਿਤ ਛਕਾਵੇਗਾ, ਅੰਮ੍ਰਿਤ ਵੇਲੇ ਉੱਠੇਗਾ, ਸੰਗਤਾਂ ਨੂੰ ਉਠਾਵੇਗਾ, ਤੇ ਬਾਬਾ ਜੀ ਕੇ ਲੈ ਕੇ ਭਿਗਮਾਂ ਨੂੰ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰੇਗਾ। ਬਾਬਾ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ 'ਚ ਇੰਨੀ ਪਾਵਰ ਹੈ। ਬਾਬਾ ਜੀ ਕਹਿੰਦੇ ਮੈਥੋਂ ਬਾਅਦ ਗੁਰੂ ਗ੍ਰੰਥ ਸਾਹਿਬ ਆਪੇ ਸੰਗਤਾਂ ਵਿੱਚ ਪ੍ਰਗਟ ਕਰ ਦੇਣਗੇ। ਮੈਥੋਂ ਬਾਅਦ ਆਪੇ ਪ੍ਰਗਟ ਕਰ ਦੇਣਗੇ। ਇਹ ਬਾਬਾ ਜੀ ਦੀ ਕਿਰਪਾ ਹੈ। ਸੋ ਇਸ ਕਰਕੇ ਆਓ, ਬੜੀ ਭਾਗਮ ਵਾਲੀ ਸੰਗਤ ਹੈ। ਤਕੜੇ ਹੋ ਕੇ ਨਾਮ ਜਪੋ। ਹੁਣ ਸਮਾਂ ਮਿਲਿਆ ਆਪਾਂ ਨੂੰ, ਹੀਰਾ ਜਨ ਮਿਲਿਆ, ਅੰਮ੍ਰਿਤ ਛਕਣ ਵਾਲਾ ਸਰੀਰ ਮਿਲਿਆ, ਨਾਮ ਜਪਣ ਵਾਲਾ ਸਰੀਰ ਮਿਲਿਆ। ਅਸੀਂ ਜਾ ਕੇ ਆਏ ਹਾਂ ਲੁਧਿਆਣੇ। ਬਾਬਿਆਂ ਨੇ ਮੇਰੀ ਕੁੰਭੀ ਨਰਕ ਹਸਪਤਾਲ, ਇੰਨੀ ਦੁਨੀਆ ਪਈ ਹੈ। ਜਿਹੜਾ ਮਰੀਜ਼ ਤਾਂ ਮਰੀਜ਼ ਹੈ, ਜਿਹੜੇ ਉਤਲੇ ਉਹ ਵੀ ਮਰੀਜ਼ ਬਣ ਜਾਂਦੇ। ਉਹ ਵੇਖ ਕੇ ਹਾਏ ਹਾਏ ਨੂੰ ਉੱਥੇ ਮੁਸ਼ਕ ਮਾਰਦਾ ਡਾੜ। ਤੇ ਸਾਧ ਸੰਗਤ ਕਿੰਨੇ ਸੋਹਣੇ ਲੱਗਦੇ ਆ। ਗੁਰੂ ਸਾਹਿਬ ਮਿਹਰ ਕਰੇ। ਮਾਇਆ ਤੋਂ ਕੀ ਲੈਣਾ? ਤੰਦਰੁਸਤੀ ਚਾਹੀਦੀ ਹੈ। ਤੰਦਰੁਸਤੀ ਵਰਗੀ ਕੋਈ ਵੀ ਚੀਜ਼ ਨਹੀਂ ਹੈ। ਤੰਦਰੁਸਤੀ ਦੇ ਨਾਲ ਇੱਥੇ ਬੈਠੇ, ਤੰਦਰੁਸਤੀ ਦੇ ਨਾਲ ਕੰਮ ਕਰ ਸਕਦੇ, ਬੱਚੇ ਪਾਲ ਸਕਦੇ ਆ। ਮਾਇਆ ਨਾ ਹੋਵੇ, ਤੰਦਰੁਸਤੀ ਗੁਰੂ ਨਾਨਕ ਬਖਸ਼, ਚੜ੍ਹਦੀ ਕਲਾ ਬਖਸ਼। ਕਿ ਕਿਸੇ ਮਹਾਂਪੁਰਖ ਦੀ ਸੰਗਤ ਕਰ ਸਕਦੇ, ਫਿਰ ਅੰਮ੍ਰਿਤ ਵੇਲੇ ਉੱਠ ਸਕਦੇ ਆ, ਪਾਠ ਕਰ ਸਕਦੇ, ਬੜਾ ਕੰਮ ਕਰ ਸਕਦੇ, ਨਿਤਨੇਮ ਕਰ ਸਕਦੇ, ਖੰਡ ਪਾਠ ਦੀਆਂ ਰੌਲਾਂ ਲਾ ਸਕਦੇ। ਇਹਦੀ ਬਾਬਾ ਨੇ ਮਿਹਰ ਆ। ਪਾਠ ਕਿੰਨੇ ਸ੍ਰੀ ਅੰਮ੍ਰਿਤਸਰ ਸਾਹਿਬ, ਕਿਤੇ ਉਧਰ ਕਮੀ ਹੈ ਗੁਰੂ ਰਾਮਦਾਸ ਪਾਤਸ਼ਾਹ ਕੋਲ? ਗੁਰੂ ਰਾਮਦਾਸ ਮਿਹਰ ਕਰਦੇ, ਸਿਰ ਤੇ ਹੱਥ ਧਰਿਆ ਵੀ ਜਾਓ ਉੱਥੇ ਆਪਣੇ ਹੋਰ ਪੁੰਨ ਬਣਾਓ, ਵੱਧ ਤੋਂ ਵੱਧ ਪੁੰਨ ਬਣਾਓ। ਤੇ ਉਹ ਸੱਸ ਇੱਥੇ ਪੈਸਾ ਨਹੀਂ। ਬਾਬਾ ਦੀ ਮਿਹਰ ਹੀ ਆ। ਕੀ ਮਿਲਣਾ ਇਹਨਾਂ ਨੂੰ? ਕੱਲੇ ਕੱਲੇ ਨੂੰ ਸੱਚਖੰਡ 'ਚ ਥਾਂ ਦੇਣਾ ਗੁਰੂ ਰਾਮਦਾਸ ਨੇ। ਇਹ ਥੋੜ੍ਹੀ ਘਣੀ ਗੱਲ ਨਹੀਂ ਹੈ। ਇਸ ਕਰ ਜਿਹਨੂੰ ਇੱਥੇ ਥਾਂ ਮਿਲ ਗਿਆ ਉਹਨੂੰ ਦਰਗਾਹ 'ਚ ਥਾਂ ਜ਼ਰੂਰ ਮਿਲੇਗਾ। ਇਹ ਨਹੀਂ ਵੀ ਨਹੀਂ ਮਿਲੇਗਾ। ਹੁਣ ਆਪਾਂ ਨੂੰ ਸਮਾਂ ਮਿਲਿਆ ਹੋਇਆ ਹੈ ਤੇ ਸੁਣੀ ਸੁਣਾਈ ਗੱਲ ਨਹੀਂ ਹੈ। ਅੱਖੀ ਵਰਤਮਾਨ ਹੈ ਬਾਬਾ ਦੀ ਮਿਹਰ ਦਾ ਸਦਕਾ। ਇਸ ਕਰਕੇ ਆਓ, ਮਾਈ ਪਾਈ ਵੱਡੇ ਭਾਗਮ ਵਾਲੇ ਹੈ। ਸਤਿਗੁਰਾਂ ਜੀ ਨੇ ਮੋਹਰ ਲਾਈ ਹੈ। ਸੱਚੀ ਸਰਕਾਰ ਪ੍ਰਗਟ ਗੁਰਾਂ ਕੀਤੇ। ਗੁਰੂ ਨਾਨਕ ਬੋਲੇ ਹੈ। ਹੁਣ ਬਾਬਾ ਜੀ ਇਉਂ ਵਚਨ ਕਰਦੇ ਸਨ। ਗੁਰੂ ਨਾਨਕ ਫਰਮਾਉਂਦੀ ਹੈ, ਇਉਂ ਵਚਨ ਕਰਦੇ ਸਨ। ਬਾਬਾ ਨੇ ਹੁੰਦੇ ਕਹਿੰਦੇ ਬਾਣੀ ਕਹਿੰਦੀ ਹੈ, ਬਾਬਾ ਜੀ ਕਹਿੰਦੇ ਇਸਤਰੀ ਕਹਿੰਦੀ ਹੈ। ਬਾਬਾ ਜੀ ਕਹਿੰਦੇ ਨਹੀਂ, ਗੁਰੂ ਨਾਨਕ ਫਰਮਾ ਰਹੇ ਹੈ, ਗੁਰੂ ਨਾਨਕ ਬੋਲ ਰਹੇ ਹੈ ਸਮਝਾਉਣ ਦੀ ਖਾਤਰ। ਇਉਂ ਵਚਨ ਕਰਦੇ ਸਨ।
ਇਸ ਕਰਕੇ ਸਾਧ ਆਪਾਂ ਨੂੰ ਸਮਾਂ ਮਿਲਿਆ। ਬਾਬਾ ਜੀ ਇਸ ਦੀਵਾਨ ਤੇ ਬਹਿ ਕੇ ਸਾਰੀ ਦੁਨੀਆ ਨੂੰ 65 ਸਾਲ ਪ੍ਰਚਾਰ ਕੀਤਾ ਬਾਬਾ ਜੀ ਨੇ। ਤੇ 73 ਸਾਲ ਤੇ ਬਾਬਾ ਜੀ ਨੇ ਕਿਰਪਾ ਕੀਤੀ ਤੇ ਆਹ ਮਰਜ਼ਾਦਾ ਪ੍ਰਗਟ ਗੁਰਾਂ ਕੀਤੇ। ਬਾਬਾ ਜੀ ਕਹਿੰਦੇ ਮੇਰੀ ਜੀਭ ਜਲ ਜੇ ਗੁਰੂ ਨਾਨਕ ਨਹੀਂ ਉੱਠ ਕੇ ਦੱਸੋ ਹੈ ਕੌਣ? ਇਹ ਹੈ ਕੌਣ? ਬਾਬਾ ਜੀ ਕਹਿੰਦੇ ਬੀੜ ਸੀ, ਬਾਬਾ ਜੀ ਕਹਿੰਦੇ ਸਵਾਰੀ ਪੋਥੀ ਸਾਹਿਬ ਸੀ। ਪਰ ਜਦੋਂ ਕਲਗੀਆਂ ਵਾਲੇ ਨੇ ਮੱਥਾ ਟੇਕ ਕੇ ਹਜ਼ੂਰ ਸਾਹਿਬ ਗੁਰਗੱਦੀ ਦੇਤੀ, ਬਾਬਾ ਜੀ ਕਹਿੰਦੇ ਹੁਣ ਇਹ ਗੁਰੂ ਨਾਨਕ ਹੈ, ਗੁਰੂ ਨਾਨਕ ਵਾਲੀ ਜੋਤ ਹੈ, ਪ੍ਰਗਟ ਗੁਰਾਂ ਕੀ ਦੇ ਹੈ। ਇਸ ਕਰਕੇ ਇਸ 'ਤੇ ਦ੍ਰਿੜ ਕਰੋ, ਵਿਸ਼ਵਾਸ ਕਰੋ, ਭਰੋਸਾ ਕਰੋ। ਜਦੋਂ ਘਰੋਂ ਤੁਰਨਾ ਅਰਦਾਸ ਕਰਕੇ ਤੁਰੋ, ਉੱਥੇ ਹੀ ਗੁਰੂ ਸਾਹਿਬ ਹੈਗੀ ਹੈ। ਮੈਂ ਘਰ ਘਰ ਆਸਣ ਲਾਓ, ਇਹਨਾਂ ਲੋਕਾਂ ਦੇ ਮਗਰ ਲੱਗੋ, ਆਸਣ ਲਾਓ। ਕੋਈ ਛੋਟੇ ਛੋਟੇ ਬੇਨਤੀਆਂ ਦੀ ਬਾਹਲੀ ਨਿੱਕੀਆਂ ਨਿੱਕੀਆਂ ਬੇਨਤੀਆਂ ਦੀ ਬਾਹਲੀ ਲੋੜ ਨਹੀਂ ਹੁੰਦੀ। ਤੇ ਅਰਦਾਸ ਕਰੋ ਤੇ ਗੁਰੂ ਨਾਨਕ ਮਿਹਰ ਕਰ ਦੇਵੇਗਾ। ਸੱਚੇ ਪਾਤਸ਼ਾਹ ਸੁਣਦਾ ਹੈ। ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਿਤਨੇਮ ਕਰੋ, ਸੁਖਮਨੀ ਸਾਹਿਬ ਦੇ ਹੌਲੀ ਹੌਲੀ ਪਾਠ ਹੌਲੀ। ਤੇ ਗੁਰੂ ਸਾਹਿਬ ਦੇ ਸੁਖਮਨੀ ਸਾਹਿਬ ਦੇ ਵਿੱਚ ਲਿਖਿਆ ਹੋਇਆ ਸਾਰਾ ਕੁਛ। ਗੁਰੂ ਸਾਹਿਬ ਨੇ ਜਿਸ ਮਨ ਵਸੈ ਸੁਣੀ ਲਾਏ ਪ੍ਰੀਤ, ਇਉਂ ਫਰਮਾਇਆ ਨਾ ਸੁਖਮਨੀ ਸਾਹਿਬ। ਤੇ ਜੇ ਪੜ੍ਹਦੇ ਆ, ਬਾਬਾ ਜੀ ਕਹਿੰਦੇ ਗੁਰੂ ਅਰਜਨ ਸਾਹਿਬ ਦੀ ਜੀਭ ਤੇ ਪੈਰ ਧਰ ਕੇ ਲੰਘਦਾ ਕਿ ਸੁਖਨੀ ਕਰਦੇ, ਇਉਂ ਵਚਨ ਕਰਦੇ ਸੀ ਜੀਭ ਤੇ। ਜੇ ਪਾਠ ਤੇ ਜਿਹਨੇ ਕਰਦਾ ਨਾ ਇਉਂ ਕਹਿੰਦੇ ਸੀ ਬਾਬਾ ਜੀ। ਤੇ ਇਸ ਕਰਕੇ ਸਾਧ ਸੰਗਤ ਦੇਖੋ ਕਿੱਡੀ ਵੱਡੀ ਗੱਲ, ਜੀਭ ਤੇ ਜੀਭ ਆਖਿਆ ਬਾਬਾ। ਕਿਉਂ ਆਖਿਆ? ਜਿਸ ਮਨ ਵਸੈ ਸੁਣੀ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਨਮ ਮਰਨ ਤਾਂ ਕਾ ਦੁਖ ਨ ਮਾਰਾ, ਦੁਰਲਭ ਦੇ ਤਤ। ਗੁਰੂ ਸਾਹਿਬ ਬੋਲਦੇ ਆ ਦੁਰਲਭ ਦੇ ਆਹ ਤਤ ਕਾਲ ਧਾਰੇ ਦਾ ਪਲਟਾ ਆ ਜੂ। 2 ਮਿੰਟਾਂ 'ਚ ਹਾਏ ਹਾਏ ਕਰਦਾ ਸੀ ਤੇ 2 ਮਿੰਟਾਂ 'ਚ ਹੱਸਣ ਲੱਗ ਜਾਏਗਾ। ਤਤ ਕਾਲ ਧਾਰਾ ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ ਗੁਰੂ ਸਾਹਿਬ ਦੀ। ਇਹ ਅੰਮ੍ਰਿਤ ਬਾਣੀ ਹੈ। ਨਿਰਮਲ ਸੋਭਾ ਅੰਮ੍ਰਿਤਾਂ ਕੀ ਬਾਣੀ, ਏਕ ਨਾਮ ਮਨ ਮੈਂ ਸਮਾਣੀ। ਦੁਖ ਰੋਗ ਆ ਲਿਖਿਆ ਸਤਿਗੁਰ ਫਰਮਾਉਂਦੇ ਆ ਨਾ। ਸਤਿਗੁਰ ਜੀ ਕਿਰਪਾ ਕਰਦੇ ਹੁਣ ਆਪਣੇ ਵਾਸਤੇ। ਦੁਖ ਰੋਗ ਬਿਨਸੈ ਭੈ ਭਰਮ, ਸਾਧ ਨਾਮ ਨਿਰਮਲ ਤਾਂ ਕੀ ਕਰਮ। ਸਭ ਤੇ ਉੱਚ ਤਾਂ ਕੀ ਸੋਭਾ ਬਣੀ, ਸਭ ਤੇ ਉੱਚ ਤਾਂ ਕੀ ਸੋਭਾ ਬਣੀ। ਨਾਨਕ ਇਹ ਗੁਣ ਨਾਮ ਸੁਖ ਮੰਨੀ। ਇਸ ਕਰਕੇ ਸਾਧ ਸੰਗਤ ਆਪਾਂ ਸੁੱਖ ਕੇ ਆਏ ਆ ਵੀ ਹੇ ਨਿਰੰਕਾਰ ਸਾਨੂੰ ਜਨਮ ਦੇ, ਅਸੀਂ ਤੇਰਾ ਨਾਮ ਜਿਹੜੀ ਸੁੱਖ ਮੰਨੀ ਆ ਨਾ ਉਹਨੂੰ ਪੂਰੀ ਕਰੋ ਤੇ ਫਿਰ ਚੜ੍ਹਦੀ ਕਲਾ ਹੋਵੇਗੀ ਆਪਣੀ। ਹੁਣ ਸਾਨੂੰ ਸਮਾਂ ਮਿਲਿਆ, ਮਾਈ ਪਾਏ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ। ਗੁਰ ਪੂਰੈ ਕੀਨੇ ਦਾਨਾ। ਗੁਰੂ ਮੰਗਤਾ ਨਹੀਂ ਹੈ, ਗੁਰੂ ਦਾਨ ਕਰਦਾ। ਕਾਹਦਾ? ਨਾਮ ਦਾ ਦਾਨ ਕਰਦਾ, ਨਾਮ ਦਾ ਦਾਨ। ਇਸ ਕਰਕੇ ਅਸੀਂ ਗੁਰੂ ਜੀ ਦਾ ਸੌਦਾ ਮਾਇਆ ਨਾਲ ਵੇਚਣਾ ਨਹੀਂਗਾ, ਅਸੀਂ ਮਹਿੰਗਾ ਬੜਾ ਵੇਚਣਾ। ਅਸੀਂ ਨਾਮ ਦੇ ਵੱਟੇ ਸੌਦਾ ਗੁਰੂ ਦਾ ਵੇਚਣਾ। ਜਿਹੜਾ ਨਾਮ ਜਪੂਗਾ ਉਹਨੂੰ ਗੁਰੂ ਨਾਨਕ ਦੀ ਮਿਹਰ ਦਾ ਸੌਦਾ ਜਿੰਨਾ ਮਰਜ਼ੀ ਲੈ ਜੇ ਕੋਈ। ਨਾਮ ਦੇ ਵੱਟੇ ਮਹਿੰਗਾ ਸੌਦਾ, ਗੁਰੂ ਨਾਨਕ ਦਾ ਸੌਦਾ ਮਹਿੰਗਾ। ਇਸ ਕਰਕੇ ਪਰ ਕਰਮਾਂ ਵਾਲੇ ਖਰੀਦ ਸਕਦੇ। ਹੁਣ ਸਾਨੂੰ ਸਮਾਂ ਮਿਲਿਆ, ਗੁਰੂ ਸਾਹਿਬ ਨੇ ਮੋਹਰ ਲਾਈ ਹੈ। ਅੰਮ੍ਰਿਤ ਵੇਲੇ ਜ਼ਰੂਰ ਉੱਠੋ, ਨਿਤਨੇਮ ਕਰੋ, ਪਹਿਰਾ ਦਿਓ, ਬਚਨਾਂ ਦੀ ਕਮਾਈ ਕਰਾਂਗੇ। ਅੰਮ੍ਰਿਤ ਵੇਲੇ ਉੱਠਾਂਗੇ, ਸੁਖਮਨੀ ਸਾਹਿਬ ਦੇ 50 ਪਾਠ ਕਰੀਏ ਨਾ, ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲ ਜਾਂਦਾ ਹੈ। ਘਰਾਂ ਦੇ ਵਿੱਚ ਕਰੋ। ਹੁਣ 14 ਘੰਟੇ ਦੀ ਰਾਤ ਹੈ, ਰਾਤ ਤੇ 10 ਘੰਟੇ ਦਾ ਦਿਨ ਹੈ। ਦਿਨ ਛੋਟੇ ਹੈ। ਇਸ ਹੁਣ ਸਾਨੂੰ ਸਮਾਂ ਮਿਲਿਆ। ਉੱਥੇ ਮਾਈ ਦਿੱਲੀ ਕਹਿਣ ਲੱਗੀ, ਬਾਬਾ ਜੀ ਮੈਂ ਤਾਂ ਨੀਂਦ ਨਹੀਂ ਆਉਂਦੀ, ਮੈਂ ਤਾਂ ਬਹੁਤ ਜ਼ਿਆਦਾ ਨਾ ਖੁਰਕ ਅਤੇ ਚਿਲੰਗਾ ਅਤੇ ਬੁਰਾ ਹਾਲ ਹੈ। ਇਹਨੂੰ ਫੜੋ ਕੋਈ ਜਾ ਵੱਡੀ ਭੂਤ ਭਾਤ ਨੂੰ। ਮੈਂ ਕੈ ਵਜੇ ਪੈਂਦੀ ਹਾਂ? ਕਹਿੰਦੀ ਠੰਡ ਬਹੁਤ ਆ ਬਾਬਾ ਜੀ। ਮੈਂ ਤਾਂ ਨਾ 6 ਵਜੇ ਹੀ ਪੈ ਜਾਂਦੀ ਹਾਂ। ਫਿਰ ਮੈਂ ਉੱਠਦੀ ਕਦੋਂ ਆ? ਕਹਿੰਦੀ ਬਾਬਾ ਜੀ
6 ਵਜੇ ਉੱਠਦੀ ਹਾਂ, 6 ਵਜੇ। ਹੁਣ ਤੁਸੀਂ ਹਿਸਾਬ ਲਾ ਲਓ। ਕਹਿੰਦੀ ਉੱਠਦੀ ਨਹੀਂ, ਮੈਂ ਬਹਿ ਬੂ ਜਾਂਦੀ, ਚਾਹ ਚੂ ਪੀ ਲੈਂਦੀ ਹਾਂ। ਇਉਂ ਆਖਿਆ। ਅਤੇ ਸਾਧ ਸੰਗਤ ਵੇਖੋ, ਮੈਂ ਕਿਹਾ ਮਾਤਾ ਮਾਲਾ ਲੈ ਲਾ, ਮੂੰਹ ਹੱਥ ਧੋ ਕੇ ਨਾ ਰਾਤ ਨੂੰ ਸਵਾ ਘੰਟਾ 1.5 ਘੰਟਾ ਸ਼ਾਮ ਨੂੰ, ਉਹ ਰਾਤ ਘਟ ਗਈ ਗੁਰਮੁਖੋ, ਰਾਤ ਘਟ ਗਈ। ਅਤੇ ਮਾਤਾ ਬੈਠਣ ਲੱਗ ਗਈ। ਅਤੇ ਅਸੀਂ ਜਦੋਂ ਜਾਣਾ ਸੀ ਉਦੋਂ ਆਈ। ਮਾਤਾ ਕਹਿੰਦੀ ਬਾਬਾ ਜੀ ਮਿਹਰ ਕੀਤੀ, ਤੁਸੀਂ ਮੈਨੂੰ ਨੀਂਦ ਹੁਣ ਆਉਣ ਲੱਗ ਗਈ, ਹੁਣ ਖੁਰਕ ਜਾਵਾਂ ਨਹੀਂ ਆਉਂਦੀ। ਮੈਂ ਤੇਰੇ ਭੂਤ ਫੜਦੀ ਆ। ਜਦੋਂ 14 ਘੰਟੇ ਪਏ ਰਹਿਣਾ ਜੁੱਲ 'ਚ। ਇਸ ਕਰਕੇ ਸਾਧ ਸੰਗਤ ਨਹੀਂ, ਹੁਣ ਸਮਾਂ ਮਿਲਿਆ ਸਾਨੂੰ, ਸ਼ੇਰ ਨਹੀਂ ਵਾਲਾ ਪੈਂਦਾ ਹੁੰਦਾ, ਹੁਣ ਸਾਨੂੰ ਸਮਾਂ ਮਿਲਿਆ ਹੋਇਆ ਹੈ। ਇਸ ਕਰਕੇ ਆ ਜਾਨਵਰ ਦੂਜੇ ਆ ਮਾੜੇ ਮੋਟੇ ਘੋਰਿਆਂ 'ਚ ਊਂ ਪਏ ਰਹਿੰਦੇ ਆ, ਡਰਦੇ ਸ਼ੇਰ ਤੋਂ, ਊਂ ਹੀ ਪਏ ਰਹਿੰਦੇ ਆ, ਪਏ ਹੋਣਗੇ ਊਂ ਹੀ। ਇਸ ਕਰਕੇ ਆਓ, ਸੁਖਮਨੀ ਸਾਹਿਬ ਦੇ 50 ਪਾਠ ਮਹੀਨੇ ਵਿੱਚ ਕਰੋ, ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲੂ। ਜਪਜੀ ਸਾਹਿਬ ਦੇ 10 ਪਾਠ ਜਾਣੀ 250 ਪਾਠ ਇਹ ਕਰਨਾ ਹੈ ਮਹੀਨੇ ਦਾ। ਮੈਂ ਮੈਕ ਨੂੰ ਨਹੀਂ ਕਹਿ ਰਿਹਾ, ਤੁਹਾਨੂੰ ਕਹਿ ਰਿਹਾ। ਇਸ ਕਰਕੇ ਸਾਧ ਸੰਗਤ 250 ਪਾਠ ਮਹੀਨੇ ਵਿੱਚ ਅੱਜ ਤੋਂ ਸ਼ੁਰੂ ਕਰ ਲਓ, ਕੱਲ੍ਹ ਤੋਂ, ਅਤੇ ਸਾਹ ਮਹੀਨਾ ਭਰ ਕਰੀਏ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲ ਜਾਂਦਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਨਹੀਂ ਸੀ ਨਾ, ਉਦੋਂ 9ਵੇਂ ਪਾਤਸ਼ਾਹ ਤੋਂ ਲੈ ਕੇ ਪਹਿਲੇ ਪਾਤਸ਼ਾਹ ਤੱਕ ਇਹ ਮਰਜ਼ਾਦਾ ਸੀ ਵੀ ਇੰਨੇ ਅੱਖਰਾਂ ਦੇ ਨਾਲ ਇੰਨਾ ਪਾਠ ਬਣ ਜੂਗਾ ਤੁਹਾਡਾ। ਅਤੇ ਇਹ ਗੁਰੂ ਸਾਹਿਬ ਨੇ ਮਿਹਰ ਕੀਤੀ। ਇਵੇਂ ਪਹਿਲੀ ਪੌੜੀ ਦੀ 6 ਮਾਲਾ ਨਾਨਕ ਹੋਸੀ ਭੀਸਾ ਤੱਕ, ਅਤੇ 6 ਮਾਲਾ 108 ਮਣਕੇ ਦੀ ਮਾਲਾ। ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰ ਲਓ, ਲੀੜਾ ਵਿਛਾ ਲਓ। ਜੇ ਕੋਈ ਗੱਲ ਨਹੀਂ, ਮਾੜੀ ਮੋਟੀ ਚਾਹ ਪੀ ਲੂਗੇ ਫਿਰ ਕੀ ਹੋ ਜੂ, ਜੇ ਨਾ ਪੀਵੋਗੇ ਚਲੋ ਫਿਰ ਵੀ ਕੋਈ ਗੱਲ ਨਹੀਂ। ਐਵੇਂ ਨਾ ਵੀ ਕਹੋ ਮੈਂ ਚਾਹ ਪੀਂਦਾ ਹੀ ਨਹੀਂ, ਮੈਂ ਊਂ ਹੀ ਮਾਲਾ ਫੇਰਦਾ, ਇਹ ਵੀ ਐਵੇਂ ਹਉਮਾ ਦਾ ਰੋਗ ਹੈ, ਹਉਮਾ ਦਾ ਰੋਗ। ਅਤੇ ਡੰਡੇ ਵਾਢੀ ਲੈਣੇ ਚਾਹੀਦੇ ਆ, ਮੈਂ ਤਾਂ ਆਪ ਪੀ ਲੈਂਦਾ। ਇਸ ਕਰਕੇ ਸਾਧ ਸੰਗਤ ਸਰੀਰੋਂ ਹੀਟ ਜੀ ਮੰਨ ਜਾਂਦਾ। ਅੱਗੇ ਹੁੰਦਾ ਸੀ ਹੀਟਰ ਜਿਹਾ ਲੱਗਿਆ ਟਰੈਕਟਰ ਨੂੰ, ਖਰਰ ਦੇਣੇ ਚੱਲ ਪੈਂਦਾ ਸੀ। ਹੁਣ ਬਾਬਾ ਦੀ ਮਿਹਰ ਹੈ ਵੀ 70 ਦੇ ਨੇੜੇ ਹੋਣ ਵਾਲੇ, ਅਤੇ ਫਿਰ ਹੀਟਰ ਗਰਮ ਕਰਨੇ ਪੈਂਦੇ ਆ। ਇਸ ਕਰਕੇ ਸਮਾਂ ਮਿਲਿਆ। ਵਾਹਿਗੁਰੂ ਸ਼ਬਦ ਦੀਆਂ 80 ਮਾਲਾ ਫੇਰੂ, 108 ਮਣਕੇ ਦੀ ਮਾਲਾ ਹੋਵੇ। ਜਿੰਨਾ ਵੀ ਪਾਠ ਹੈ ਨਾ ਸਾਰਾ 2-2.5 ਘੰਟੇ ਦਾ, ਅੰਮ੍ਰਿਤ ਵੇਲੇ ਦਾ, ਕੋਈ ਬਾਹਲਾ ਨਹੀਂ। 24 ਘੰਟਿਆਂ ਵਿੱਚ 2.5-3 ਘੰਟੇ ਨਹੀਂ ਕੱਢ ਸਕਦਾ, ਅਤੇ ਤੂੰ ਸ਼ੀਸ਼ੇ 'ਚ ਮੂੰਹ ਵੇਖ ਆਉਣਾ ਫਿਰ, ਜੇ ਨਹੀਂ ਕੱਢ ਸਕਦਾ। ਸਤਿਗੁਰ ਪੁਰਖ ਨਾ ਸੇਵਿਓ, ਮਨ ਨਾ ਕੀਚੋ ਵਿਚਾਰ, ਇਹਨੂੰ ਮਾਨਸ ਜੂਨ ਨਾ ਆਖਿਓ। ਪਸ਼ੂ ਫਿਰ ਤਾਂ ਪਸ਼ੂ ਤਾਂ ਚੰਗਾ ਨਾ, ਢੋਰ ਗਵਾਰ ਜਿਹੜੇ ਗਲ 'ਚ ਸੰਗਲ ਨਹੀਂ, ਰੱਸਾ ਨਹੀਂ, ਆ ਤੁਰੇ ਫਿਰਦੇ ਆ ਕੂੜਾ 'ਚ, ਇਹਨਾਂ ਨੂੰ ਆਖਿਆ ਗੁਰੂ ਮਹਾਰਾਜ ਨੇ ਪਹਿਲਾਂ ਵਚਨ ਕੀਤਾ। ਇਸ ਕਰਕੇ ਆਪਾਂ ਨੂੰ ਸਮਾਂ ਮਿਲਿਆ। ਮਾਈ ਪਾਏ ਗੁਰਸਿੱਖ ਬਹੁਤ ਵੱਡੇ ਭਾਗਾਂ ਵਾਲੇ ਆ। ਕਈ 9-10 ਵਜੇ ਦੇ ਬੈਠੇ ਆ, ਬਾਬਿਆਂ ਦੀ ਮਿਹਰ ਹੈ। ਇਹਦਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੱਚੇ, ਜੇ ਕਿਤੇ ਐਂ ਸਮਾਂ ਬੈਠੇ ਬੰਦਾ 1 ਮਹੀਨੇ ਦੇ ਨਿਤਨੇਮ ਦਾ ਘਾਟਾ ਪੂਰਾ ਹੋ ਜਾਂਦਾ। ਘਾਟਾ ਜਿਵੇਂ ਦੀਵਾਨ ਲੱਗਦੇ ਆ, ਲੁਧਿਆਣੇ ਦੀਵਾਨ ਹੈ, ਹੁਣ ਉੱਥੇ ਹਾਰੀ ਭਰੋ, ਨੇੜੇ ਤੇੜੇ ਇਲਾਕੇ ਦੇ ਜੇ ਸਾਲ ਬਾਅਦ ਦੀਵਾਨ ਹੁੰਦੇ ਆ ਨਾ, 1 ਸਾਲ ਦਾ ਘਾਟਾ ਪੂਰਾ ਹੋ ਜਾਂਦਾ ਨਿਤਨੇਮ ਦਾ। ਉੱਥੇ ਹਜ਼ੂਰ ਦੀ ਮਿਹਰ ਦਾ ਸਦਕਾ ਗੁਰੂ ਪਿਆਰੇ ਮੁਖਤਿਆਰ ਸਿੰਘ ਦੱਸਦੇ ਸੀ 36 ਸਾਲ ਹੋ ਗਏ, 35-36 ਸਾਲ ਹੋ ਗਏ ਦੀਵਾਨ ਲੱਗਦਿਆਂ ਨੂੰ। ਆਹ ਕਰੋਨਾ ਕਰਕੇ 1 ਸਾਲ ਲੰਘ ਗਿਆ, ਅਤੇ ਹਜ਼ੂਰ ਦੀ ਮਿਹਰ ਹੈ। ਇਸ ਕਰਕੇ ਸਾਰੇ ਗੁਰਾਜੀ ਜਾਂਦੇ ਆ, ਨਾਲ ਵਿੰਗਮ ਜਾਂਦੇ ਆ। ਅਤੇ ਅੱਗੇ ਵਚਨ ਕਰਿਆ ਸੀ, ਅਤੇ ਬਾਬਾ ਜੀ ਮੇਰੇ ਇੱਥੇ ਸੰਗਤ ਬਹੁਤ ਆਉਂਦੀ ਹੈ। ਐਂ ਹੁੰਦਾ ਵੀ ਚੱਲ ਮਰੀਜ਼ ਆ ਭੁਤਾਏ ਜਾਣ ਵੀ ਉੱਥੇ ਦੀਵਾਨ 'ਤੇ ਬਾਬਾ ਦੀ ਮਿਹਰ ਆ। ਹੁਣ ਬਾਬਾ ਆਨੰਦ ਸਿੰਘ ਮਹਾਰਾਜ ਦੀ ਕਿਰਪਾ ਹੈ, ਬਾਬਾ ਜੀ ਆਪ ਵਰਤ ਰਹੇ ਹੈ ਵੀ ਇਹ ਫਿਰ ਜਾੜ ਦੇ ਦੀਵਾਨ 'ਤੇ ਰਾਤ ਨੂੰ ਫਿਰ 1 ਵੱਜ ਜਾਂਦਾ ਉੱਥੋਂ ਆਉਂਦਿਆਂ। 1 ਵਜੇ ਤੋਂ ਫਿਰ 3 ਵਜੇ ਫਿਰ ਇਸ਼ਨਾਨ ਕਰਨਾ ਪੈਂਦਾ, ਅਤੇ ਫਿਰ 5.5 ਘੰਟੇ ਹੋ ਜਾਂਦੇ ਹੈ, ਅਤੇ ਫਿਰ ਦਿਨੇ ਸੰਗਤ ਭਤਾਉਣੀ ਪਈ। ਅਤੇ ਇਸ ਕਰਕੇ ਹੁਣ ਸਮਾਂ ਥੋੜ੍ਹਾ ਜਿਹਾ ਬਾਬਿਆਂ ਦੀ ਮਿਹਰ ਹੈ। ਮੈਂ ਉਹ ਨਹੀਂ ਕਹਿੰਦਾ ਰੈਸਟ ਕਰੀਏ, ਜੇ ਡਾਕਟਰ ਕਹਿੰਦੇ ਰੈਸਟ ਕਰੋ, ਮੈਂ ਰੈਸਟ ਨਾਲ ਬੇਰਾਮੀ ਹੁੰਦੀ ਹੈ, ਬੇਰਾਮੀ ਹੁੰਦੀ ਹੈ।
ਤੇ ਜੇ ਉਹ ਆਦਤ ਬਣ ਗਈ, ਸੁਭਾਅ ਬਣ ਗਿਆ ਵੀ ਰਹਿ ਸਕਦੇ ਨਹੀਂ। ਇਸ ਕਰਕੇ ਆਓ ਮਾਈ ਭਾਈ ਇਹ ਨਹੀਂ ਹੈ ਵੀ ਬੈਂਗਮ ਆ ਗਏ ਹੈ, ਬਾਬਾ ਜੀ ਨਹੀਂ ਆਏ, ਗੁਰਹਾਜੀ ਆਏ ਹੈ। ਤਜਰਬਾ ਕਰਕੇ ਵੇਖੋ ਤੁਸੀਂ ਤੇ ਫਿਰ ਲਾਂਭਾ ਦਿਓ। ਬਾਬਾ ਦੀ ਮਿਹਰ, ਬਾਬਾ ਜੀ ਸੇਵਾ ਲੈ ਰਹੇ ਹੈ, ਅਸੀਂ ਖੁਦ ਭੇਜ ਰਹੇ ਹਾਂ। ਹਜ਼ੂਰ ਦੀ ਕਿਰਪਾ ਨਾਲ ਹੁਕਮਨਾਮਾ ਲੈ ਕੇ, ਪੁੱਛ ਕੇ, ਵੇਖ ਕੇ, ਗੁਰੂ ਸਾਹਿਬ ਨੂੰ ਬੇਨਤੀ ਕਰਕੇ, ਅਰਦਾਸ ਕਰਕੇ ਤੁਰਦੇ ਹੈ। ਤੇ ਇਸ ਕਰਕੇ ਸਾਧ ਸੰਗਤ ਗੁਰੂ ਨਾਨਕ ਦੀ ਸ਼ਕਤੀ ਇਹ ਨਹੀਂ ਵੀ ਇੱਥੇ ਹੀ ਵਰਤਦੀ, ਸਾਰੇ ਥਾਈਂ ਵਰਤਦੀ ਹੈ। ਜਿੱਥੇ ਅਮਰੀਕਾ 'ਚ, ਕੈਨੇਡਾ 'ਚ, ਇੰਗਲੈਂਡ 'ਚ ਬੈਠੇ ਸਾਰੇ ਥਾਈਂ ਵਰਤਦੀ ਹੈ। ਤੁਹਾਨੂੰ ਪਤਾ ਹੀ ਹੈ, ਸਾਰੇ ਪੜ੍ਹੇ ਲਿਖੇ ਬੈਠੇ ਆ, ਸੰਗੀ ਬੈਠੇ ਆ ਆਪਣੇ ਪੁਰਾਣੇ, ਸਾਰੀ ਸੰਗਤ ਪੁਰਾਣੇ ਸੰਗੀ ਹੋਈ ਹੈ। ਪਿਛਲੇ ਜਨਮ ਦੇ ਮਹਾਂਪੁਰਖ ਹੀ ਨਹੀਂ ਆਉਂਦੇ। ਜਦੋਂ ਬੇੜੇ ਵਾਲਾ ਬੇੜਾ ਤੋਰਦਾ ਨਾ, ਉਦੋਂ ਖਾਲੀ ਨਹੀਂ ਲਈ ਫਿਰਦਾ ਦਰਿਆ 'ਚ, ਉਦੋਂ ਭਰ ਕੇ ਬੇੜਾ ਲੈ ਕੇ ਆਉਂਦਾ। ਇਹ ਜਿੰਨੀ ਸੰਗਤ ਬੈਠੀ ਹੈ, ਭਰ ਕੇ ਬੇੜਾ ਆਇਆ ਵਾ ਦਰਗਾਹ ਦੇ ਵਿੱਚੋਂ। ਇਸ ਕਰਕੇ ਸਾਰੇ ਭਗਵਾਨ ਨੂੰ ਕਹੀਦਾ ਤੇ ਡੰਡਾ ਰੱਖੀਦਾ ਤੇ ਸੱਸ ਨੇ ਕਈ ਨੂੰ ਬੰਨ੍ਹ ਦੇਈਦਾ ਵੀ ਹੁਣ ਮਾਤਾ ਨੇ ਜਨਮ ਦਿੱਤਾ, ਦੁੱਧ ਚੰਗਾਇਆ, ਮਾਘ ਦੇ ਮਹੀਨੇ ਗਿੱਲੇ ਇੱਥੇ ਸਾਡੇ ਕੋਲੇ ਭੇਜਿਆ। ਅੱਧ ਵਿਚਾਲੇ ਬਹੁਤ ਔਖਾ, ਨਾ ਉਧਰ ਜੋਗਾ ਨਾ ਉਧਰ ਜੋਗਾ। ਇਸ ਕਰਕੇ ਸਿਰੇ ਲੱਗਿਆ ਨਾ ਬੈਂਗਮ ਤੇ ਮਾਤਾ ਤੇ ਪਿਤਾ, ਇੱਥੋਂ ਤੱਕ ਵੀ 7 ਪੀੜ੍ਹੀਆਂ ਤਰ ਜਾਂਦੀਆਂ। 7 ਸਿਰੇ ਲੱਗਿਆ ਵਾ, 7 ਪੀੜ੍ਹੀਆਂ। ਜਿਹਦਾ ਨਾਂ ਲਈ ਉਹਨਾਂ ਸਤਿਗੁਰ ਬੈਠੇ ਆ, ਜਿਹਦਾ ਨਾਂ ਲਈ ਉਹਨਾਂ ਨੇ ਉਹਨੂੰ ਆਵਾਜ਼ਾਂ ਮਾਰੀ ਜਾਣੀਆਂ ਵੀ ਆ ਜਾ, ਵੀ ਤੇਰੀ ਸਿਫਾਰਿਸ਼ ਲੱਗ ਗਈ ਹੈ, ਤੇਰੀ ਸਿਫਾਰਿਸ਼ ਲੱਗ ਗਈ ਹੈ, ਤੇਰੀ ਸਿਫਾਰਿਸ਼ ਲੱਗ ਗਈ ਹੈ। ਬਾਬਾ ਬੁੱਢਾ ਜੀ ਉੱਥੇ ਸਾਧ ਸੰਗਤ ਜਦੋਂ ਦਰਗਾਹ ਜਾਣ ਦਾ ਸਮਾਂ ਹੋਇਆ ਤੇ 6ਵੇਂ ਪਾਤਸ਼ਾਹ ਗਏ 2.5 ਮਿੰਟਾਂ 'ਚ ਪਾਉਣ ਸਵਾਰ ਬਾਬਾ ਬੁੱਢਾ ਜੀ ਕੋਲੇ। ਤੇ ਵੇਖ ਕਿੰਨੀ ਕਮਾਈ ਸੀ, 126 ਸਾਲ ਉਮਰ ਹੋ ਗਈ ਸੀ ਤੇ 113 ਸਾਲ ਸੰਗਤ ਕੀਤੀ ਤੇ ਸੇਵਾ ਕੀਤੀ। ਬੁੱਧ ਸੁੱਧ ਨਹੀਂ ਸੀ ਰਹਿੰਦੀ ਸੇਵਾ ਕਰਦੀ, ਪਰ ਕਰਮਾਂ 'ਚ ਐ ਨੇ ਵੀ 2600 ਦਾ ਚੋਲਾ ਮਾਰਿਆ ਤੇ ਸਾਧ ਟਹਿਲਦਾ ਫਿਰਦਾ। ਨਾ ਬਾਬਾ ਜੀ ਦੀ ਕਿਰਪਾ ਕੀਤੀ। ਜੇ 6ਵੇਂ ਪਾਸੇ ਗਵਾਲੀਅਰ ਸੀ ਨਾ, ਮਾਤਾ ਗੰਗਾ ਜੀ ਕਹਿਣ ਲੱਗੇ ਤੁਸੀਂ ਪਤਾ ਲੈ ਕੇ ਆਓ ਬਾਬਾ ਬੁੱਢਾ ਜੀ ਨੂੰ। ਹੁਣ ਤੁਸੀਂ ਵੇਖੋ ਗਵਾਲੀਅਰ ਕਿੱਡੀ ਦੂਰ ਹੈ। ਗਵਾਲੀਅਰ ਜਾ ਕੇ ਸਾਰਾ ਪਤਾ ਲੈ ਕੇ ਆਣ ਕੇ ਮਾਤਾ ਗੰਗਾ ਜੀ ਨੂੰ ਦੱਸਿਆ ਵੀ ਚੜ੍ਹਦੀ ਕਲਾ ਉੱਥੇ। ਇਉਂ ਵੇਖ ਕਿੱਡੀ ਵੱਡੀ ਗੱਲ ਆ। ਬਾਬਾ ਬੁੱਢਾ ਜੀ ਇੱਥੋਂ ਗਵਾਲੀਅਰ ਗਏ ਸੀ ਅੰਮ੍ਰਿਤਸਰ, 5 ਸਿੱਖ ਨਾਲ ਗਏ। ਕਿੱਥੇ ਪਏ, ਕਿੱਥੇ ਰੋਟੀ ਖਾਧੀ, ਕਿੱਥੇ ਸਾਹਿਬ ਮੁਸਲਮਾਨੀ ਸਮਾਂ ਸੀ ਉਸ ਟਾਈਮ। ਸ਼ਾਹਜਹਾਨ ਦਾ, ਜਹਾਂਗੀਰ ਦਾ ਟਾਈਮ ਸੀ। ਚੱਪੇ ਤੇ ਸਿੱਖ ਦਾ ਬੈਰੀ ਬਣਿਆ ਬੈਠਾ ਸੀ। ਕਿੱਥੋਂ ਦੀ ਗਏ ਹੋ ਕੇ। ਤੁਸੀਂ ਇਹ ਗੱਲ ਸੋਚੋ, ਜਾਗੋ, ਹੁਣ ਸਮਾਂ ਮਿਲੇ ਸਾਨੂੰ। ਹੁਣ ਤਾਂ ਬਹੁਤ ਮਿਹਰ ਆ ਆਪਣੇ ਤੇ ਸਾਰੀ। ਇਸ ਕਰਕੇ ਆਪਾਂ ਨੂੰ ਸਮਾਂ ਮਿਲਿਆ। ਬਾਬਾ ਬੁੱਢਾ ਜੀ ਦੇ ਜਦੋਂ ਦੇਖੋ 6ਵੇਂ ਪਾਤਸ਼ਾਹ ਨੇ ਨਾ, ਜਦੋਂ ਬਾਬਾ ਬੁੱਢਾ ਜੀ ਪਏ ਸੀ, ਉੱਠਣ ਦੀ ਹਿੰਮਤ ਨਹੀਂ ਸੀ। 6ਵੇਂ ਪਾਤਸ਼ਾਹ ਨੇ ਦੋਨੇ ਪੈਰ ਫੜ ਕੇ ਨਾ ਬਾਬਾ ਬੁੱਢਾ ਜੀ ਚਰਨ ਨੂੰ ਤੇ ਸਿਰ ਰੱਖਤਾ 6ਵੇਂ ਪਾਤਸ਼ਾਹ ਉਹਨਾਂ ਦੇ ਪਿੰਡ ਘਰੇ। ਤੇ ਬਾਬਾ ਬੁੱਢਾ ਜੀ ਦੇ ਨੇਤਰ ਜਲ ਆਇਆ। ਕਹਿੰਦੇ ਗੁਰੂ ਜੀ, ਕਹਿੰਦੇ ਤੁਹਾਡੀ ਡਿਊਟੀ ਹੈ, ਚਾਹੇ ਪੈਰਾਂ ਤੋਂ ਫੜ ਕੇ ਪਾਰ ਕਰਦੇ, ਚਾਹੇ ਕੇਸਾਂ ਤੋਂ ਕਰਦੇ, ਤੂੰ ਮੈਨੂੰ ਪਾਰ ਕਰਨਾ। ਇਹ ਕਿੰਨੀ ਨਿਮਰਤਾ। ਇਉਂ ਆਖਿਆ। ਕਹਿੰਦੇ ਬਾਬਾ ਬੁੱਢਾ ਜੀ ਤੁਹਾਡਾ ਸਾਹ ਨਹੀਂ ਵਾਲਾ ਵੱਡਾ ਹੈ। ਮੱਲੋ ਮੱਲੀ ਸਿਰ ਝੁਕਦਾ। ਮੈਂ 6ਵੇਂ ਪਾਤਸ਼ਾਹ ਨੇ ਆਖਿਆ। ਇਹ ਕੋਲੇ ਬਹਿ ਗਏ ਸਰਾਣੇ, ਮੱਥਾ ਕੁੱਟਣ ਲੱਗੀ। ਕਹਿੰਦੇ ਬਾਬਾ ਬੁੱਢਾ ਜੀ ਅਸੀਂ ਖੁਸ਼ ਬਹੁਤ ਹੈ, ਕੋਈ ਮੰਗ? ਬਾਬਾ ਬੁੱਢਾ ਜੀ ਕਹਿਣ ਲੱਗੇ ਜੀ ਮੰਗਾਂ ਤਾਂ ਸਾਰੀਆਂ ਭਾਂਡੇ ਭਰਤੇ ਐ, ਜਦੋਂ ਗੁਰੂ ਕਹੇ ਮੰਗ, ਕਹਿੰਦੇ ਐਵੇਂ ਫੁਰਨਾ ਬਣ ਜਾਂਦਾ। ਕਹਿੰਦੇ ਜਿਹੜੀ ਮੇਰੀ ਔਲਾਦ ਹੈ, ਮੇਰੇ ਮਗਰੋਂ ਇਹ ਨਾ ਗੱਲ ਹੋਵੇ, ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਜਿਹੜੀ ਔਲਾਦ ਮਗਰੋਂ, ਤੇ ਕਹਿੰਦੇ ਜੇ ਕਿਤੇ ਖਰਾਬ ਕੋਈ ਗੱਲਬਾਤ ਹੋ ਜੇ, ਨਿਕਲ ਜੇ, ਤੇ ਕਹਿੰਦੇ ਬ੍ਰਹਮ ਗਿਆਨੀ ਨੂੰ ਵੀ ਕੀ ਨਾ ਧਰਮਰਾਜ ਕੋਲੇ ਜਾਣਾ ਪੈਂਦਾ। ਧਰਮਰਾਜ ਕਹਿੰਦੇ ਜੀ ਕਿਰਪਾ ਕਰੋ, ਆਹ ਮੇਰਾ ਪੋਤਰਾ ਹੈ ਤੇ ਪੁੱਤਰਾ, ਇਹਨਾਂ ਦੀ ਬਾਂਹ ਫੜ ਲਓ। ਸਤਿਗੁਰਾਂ ਨੇ ਬਾਬਾ ਬੁੱਢਾ ਜੀ ਦੇ ਕੋਲੇ ਖੜਿਆ ਮੋਢੇ ਤੇ ਬਾਂਹ ਫਿਰ ਕੇ ਬਾਬਾ ਜੀ ਕਿਉਂ ਕਹਿਣ ਲੱਗੇ ਅਸੀਂ 10 ਪਾਤਸ਼ਾਹੀਆਂ ਤਾਈਂ ਇਹਨਾਂ ਦੀ ਬਾਂਹ ਫੜੀ, ਉਦੋਂ ਗਾਂ ਗੁਰੂ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਯਾਵਨ ਇਹਨਾਂ ਦੇ ਰਹਿੰਦੀ ਦੁਨੀਆ ਤਾਈਂ ਬਾਂਹ ਫੜਾਂਗੇ। ਸਾਡੇ ਕੋਲੇ ਪਰਿਵਾਰ ਆਇਆ,
ਇੱਥੋਂ ਪਾਠੀ ਲੈ ਕੇ ਸੰਪਟ ਪਾਠ ਘਰੇ ਕਰਾਇਆ ਉਹਨੂੰ। ਹਉਮਾ ਪੈ ਗਈ ਹੋਵੇ, ਕੋਈ ਭੁੱਲ ਹੋ ਗਈ ਹੋਵੇ ਤੇ ਤੁਸੀਂ ਮੇਰੇ ਸਿਰ ਤੇ ਹੱਥ ਧਰ ਕੇ ਜਿਹਾ ਲਾਉਂਦਾ ਨੇਤਰਾਂ 'ਚ। ਕਹਿੰਦੇ ਮੇਰੇ ਸਿਰ ਤੇ ਹੱਥ ਧਰ ਕੇ ਗੱਲ ਕਹਿ ਦਿਓ, ਜਾ ਬੁੱਢਿਆ ਤੈਨੂੰ ਅੱਜ ਬਖਸ਼ਿਆ। ਕਿੱਡੀ ਵੱਡੀ ਗੱਲ ਹੈ। ਬੇਬਸ ਸਰੀਰ ਹੈ, ਇਉਂ ਆਖੇ ਜਾ ਬੁੱਢਿਆ ਤੈਨੂੰ ਬਖਸ਼ਿਆ। ਛੇ ਪਾਤਸ਼ਾਹ ਨੇ ਨਹੀਂ ਆਖਿਆ ਇਉਂ ਵੀ ਜਾ ਬੁੱਢਿਆ ਤੈਨੂੰ ਬਖਸ਼ਿਆ, ਬੁੱਢਿਆ ਆਖਿਆ। ਸਿੱਖ ਨਹੀਂ ਆਖਿਆ ਮੈਂ ਅਜੇ ਬਣੇ ਹੀ ਨਹੀਂ, ਇਉਂ ਆਖਿਆ। ਤੇ ਛੇ ਪਾਤਸ਼ਾਹ ਕਹਿੰਦੇ ਬਾਬਾ ਜੀ ਮੈਂ ਮੂਰਖ ਕੀ ਕੇਤਕ ਬਾਤ ਹੈ, ਇਉਂ ਪੜ੍ਹਿਆ। ਕੋਟ ਅਪਰਾਧੀ ਤਰਿਆ ਰੇ, ਗੁਰੂ ਨਾਨਕ ਸੁਣਿਆ ਤੁਸੀਂ ਵੇਖਿਆ, ਸੇ ਫਿਰ ਗਰਭ ਬਾਸ ਨਾ ਭਰਿਆ। ਤੁਸੀਂ ਤਾਂ ਸੁਣਿਆ ਵੇਖਿਆ ਅੱਖਾਂ ਨਾ, ਕੋਲੇ ਵਚਨ ਸੁਣਦੇ ਰਹੇ ਆ। ਇਉਂ ਆਖਿਆ ਬਾਬਾ ਬੁੱਢਾ ਜੀ ਕੋਈ 100 ਜਨਮ ਦਾ ਪਾਪੀ ਹੋਵੇ, ਜੰਮ ਲੈ ਗਏ ਹੋਣ, ਕੁੰਭੀ ਨਰਕ ਦੇ ਨੇੜੇ ਚਲੇ ਗਏ ਹੋਣ, ਕੁੰਭੀ ਨਰਕ ਦੇ ਨੇੜੇ ਚਲੇ ਗਏ ਹੋਣ, ਸਹਿ ਸੁਭਾਏ ਧੰਨ ਬਾਬਾ ਬੁੱਢਾ ਜੀ ਜਿਹੜਾ ਕਹੂਗਾ ਨਾ ਉਹਦੇ ਸੰਗਲ ਸਾਰੇ ਟੁੱਟ ਜਿਆ ਕਰਨਗੇ। ਕਿੱਡਾ ਵਰ ਦਿੱਤਾ ਛੇ ਪਾਤਸ਼ਾਹ ਜੀ। ਤੇ ਜਦੋਂ ਸ਼ਿਸ਼ਕਾਰ ਹੋਇਆ ਨਾ, ਛੇ ਪਾਤਸ਼ਾਹ ਆਸਣ ਦੇ ਖੜ ਗਏ, ਖੜ ਕੇ ਪਿੰਡ ਦੀ ਸੰਗਤ ਸਾਰੀ ਬੈਠੀ। ਛੇ ਪਾਤਸ਼ਾਹ ਕਹਿੰਦੇ ਪਿੰਡ ਦਿਆਂ ਨੂੰ ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਪਿੰਡ ਦੇ ਕਹਿੰਦੇ ਲਾ ਸਾਡੇ ਪਿੰਡ ਦਾ ਮਹਾਂਪੁਰਖ ਸਰੀਰ ਛੱਡ ਗਿਆ। ਕਹਿੰਦੇ ਕਿਹੋ ਜਿਹੀਆਂ ਗੱਲਾਂ ਕਰਦਾ, ਸਾਨੂੰ ਵਧਾਈ ਦਿੰਦਾ, ਸਾਨੂੰ ਰੋਣ ਨਹੀਂ ਹਟਦਾ। ਇਉਂ ਆਖਿਆ। ਛੇਵੇਂ ਪਾਤਸ਼ਾਹ ਕਹਿਣ ਲੱਗੇ ਮੈਂ ਵਧਾਈ ਕਾਹਦੀ ਦਿੰਦਾ। ਗੁਰੂ ਜੀ ਕਹਿੰਦੇ ਉਹ ਜੀਵਨ ਦੀ ਪਦਵੀ ਨੂੰ ਜਿੱਤ ਕੇ ਗਏ ਐ ਬਾਬਾ ਬੁੱਢਾ ਜੀ ਤੁਹਾਡੇ ਪਿੰਡ ਦੇ। ਕਹਿੰਦੇ ਜਿਹੜਾ ਤੁਹਾਡੇ ਵਿੱਚੋਂ ਬਾਬਾ ਬੁੱਢਾ ਜੀ ਦਾ ਧਿਆਨ ਧਰ ਕੇ ਅੰਤ ਮੌਕੇ ਸਰੀਰ ਛੱਡੂਗਾ, ਉਹ ਵੀ ਜੀਵਨ ਦੀ ਪਦਵੀ ਨੂੰ ਪਾਇਆ ਕਰੂ। ਮੈਂ ਤਾਂ ਵਧਾਈ ਦਿੰਦਾ। ਉਹ ਤਾਂ ਕਿਰਪਾ ਹੋਵੇ ਗੁਰੂ ਸਾਹਿਬ ਦੀ ਗੁਰਮੁਖੋ ਬਸ। ਤੇ ਜੀਵਨ ਦੀ ਪਦਵੀ ਨੂੰ ਤਾਂ ਹੀ ਪਾਇਆ ਜਾਂਦਾ। ਜੀਵਨ ਦੀ ਪਦਵੀ ਜਿੱਤਣੀ ਉਹਦੀ ਕਿਰਪਾ ਨਾਲ ਹੀ ਹੈ। ਨਹੀਂ ਬਹੁਤ ਔਖੀ ਗੱਲ ਹੈ, ਗੱਲ ਕਰਨੀ ਸੌਖੀ ਹੈ ਤੇ ਕਮਾਈ ਕਰਨੀ ਔਖੀ। ਸਵਾਓ ਮਾਈ ਭਾਈ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਿਤਨੇਮ ਕਰੋ, ਸੱਚੀ ਸਰਕਾਰ ਦੇ ਦਰਸ਼ਨ ਕਰੋ, ਧਰਮ ਦੀ ਕਿਰਤ ਪੂਰਾ ਦਸਵੰਧ ਕਿੱਥੇ ਲਾਓ ਉਹ ਵੇਖੋ ਕਿੱਥੇ ਲੱਗਦਾ। ਕੀ ਖਾਂਦਾ ਇਹ ਸਾਧੂ, ਨਸ਼ਾ ਖਾਂਦਾ, ਭੁੱਖੇ, ਬੜਾ ਬੁਰਾ ਹਾਲ ਹੋਇਆ ਪਿਆ। ਇਸ ਕਰਕੇ ਉੱਥੇ ਦਿਓ ਜਿੱਥੇ ਸਾਧ ਸੰਗਤ ਤੁਹਾਡੇ ਪੁੰਨ ਬਣਦੇ ਹੋਣ, ਕਰਮ ਬਣਦੇ ਹੋਣ। ਜਿੱਥੇ ਕਾਰ ਸੇਵਾ ਚੱਲ ਰਹੀ ਹੈ ਜਾਂ ਕੋਈ ਬਾਬਾ ਦੀ ਮਿਹਰ ਲੰਗਰ ਦੀ ਸੇਵਾ ਚੱਲ ਰਹੀ ਹੈ ਜਾਂ ਦੀਵਾਨ ਲੱਗਦੇ, ਸਿੱਖੀ ਦਾ ਪ੍ਰਚਾਰ ਹੋ ਰਿਹਾ, ਸਿੱਖੀ ਦੇ ਪ੍ਰਚਾਰ 'ਤੇ ਆ। ਇਸ ਕਰਕੇ ਆਓ ਮਾਈ ਭਾਈ ਅੰਮ੍ਰਿਤ ਵੇਲੇ ਉੱਠਾਂਗੇ, ਇਸ਼ਨਾਨ ਕਰਾਂਗੇ, ਨਿਤਨੇਮ ਕਰਾਂਗੇ। ਕੀ ਮਿਲੇਗਾ? ਇਹ ਲੋਕ ਸੁਖੀਏ ਪਰਲੋਕ ਸਹਿਲੇ, ਨਾਨਕ ਪ੍ਰਭ ਆਪੇ ਮੇਲੇ। ਕਰੀਏ ਰਸਨਾ ਪਵਿੱਤਰ, ਲਵਾਈਏ ਹਾਜ਼ਰੀ, ਭਾਗਾਂ ਦੇ ਨਾਲ ਸਾਹ ਮਿਲਿਆ ਹੈ। ਅਰਦਾਸ ਕਰੀਏ, ਸਾਰੀ ਬੇਨਤੀ ਕਰ ਲਓ। ਇਸ ਕਰਕੇ ਲੇਖੇ ਵਿੱਚ ਲਾ ਲਓ ਜੀ ਮੇਰਾ ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾ ਲਓ ਜੀ ਮੇਰਾ ਜਨਮ ਤੁਮਾਰੇ ਲੇਖੇ। ਲਾ ਲੋ ਜੀ ਮੇਰਾ ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾ ਲੋ ਜੀ ਮੇਰਾ ਜਨਮ ਤੁਮਾਰੇ ਲੇਖੇ। ਲੇਖੇ ਵਿੱਚ ਲਾ ਲੋ ਜੀ ਮੇਰਾ ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾ ਲੋ ਜੀ ਮੇਰਾ
जन्म तुम्हारे लेखे। ਲੇਖੇ ਵਿੱਚ ਲਾ ਲੋ ਜੀ। ਸਾਰੇ ਬੋਲਿਓ ਗੱਜ ਕੇ, ਕੜਾ ਬਹੁਤ ਆਇਆ ਪਿਆ ਜੀ ਤੇ ਤੁਸੀਂ ਫਿਕਰ ਨਾ ਕਰੋ, ਮੈਂ ਜਾਂਦਾ ਕਹੂੰ ਦੋ ਦੋ ਤੋਬੇ ਦੇ ਦਿਓ। ਲੇਖੇ ਵਿੱਚ ਲਾ ਲੋ ਜੀ ਮੇਰਾ ਜਨਮ तुम्हारे लेखे। ਹੁਣ ਵੇਖੀ ਆਵਾਜ਼ ਆਉਂਦੀ, ਲੇਖੇ ਵਿੱਚ ਲਾ ਲੋ जी मेरा जन्म तुम्हारे लेखे। लेखे विच ला लो जी मेरा जन्म तुम्हारे लेखे। लेखे विच ला लो जी मेरा जन्म तुम्हारे लेखे। लेखे विच ला लो जी मेरा जन्म तुम्हारे लेखे। लेखे विच ला लो जी मेरा जन्म तुम्हारे लेखे। 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 लेखे विच ला लो जी मेरा जन्म तुम्हारे लेखे। लेखे विच ला लो जी मेरा जन्म तुम्हारे लेखे। लेखे विच ला लो जी मेरा जन्म तुम्हारे लेखे। लेखे विच ला लो जी मेरा जन्म तुम्हारे लेखे। लोक साध के बचन अमलीक लाल एह रतन। सुनत कमावत होत उदार आप तरੈ। ਲੋਕ ਕਹਿ ਨਿਸਤਾਰ। ਆਓ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਹੁਣੇ ਹੀ ਮਾਲਕ ਬਾਬਾ ਜੀ ਦੀ ਮਿੱਠੀ ਰਸਨਾ ਦੇ ਵਿੱਚੋਂ ਦਰਗਾਹੀ ਪ੍ਰਵਚਨ ਸਰਵਣ ਕੀਤੇ ਹਨ ਤੇ ਸੰਗਤਾਂ ਬਚਨ ਮੰਨ ਕੇ ਪਾਠ ਕਰਕੇ ਲੈ ਕੇ ਆਈਆਂ ਹਨ। ਗੁਰਮੁਖ ਪਿਆਰਿਓ, ਹੁਣੇ ਹੀ ਬਾਬਾ ਜੀ ਨੇ ਦ੍ਰਿਸ਼ਟੀ ਪਾ ਕੇ ਸਭ ਦੀ ਹੀ ਹਾਜ਼ਰੀ ਲਗਵਾਈ ਹੈ। ਕੁੱਲ 920 ਪਰਿਵਾਰਾਂ ਦੀਆਂ ਪਰਚੀਆਂ ਹਨ। ਪਿਛਲੀ ਮੱਸਿਆ ਤੋਂ ਇਸ ਮੱਸਿਆ ਤੱਕ ਬਾਬਾ ਜੀ ਨੇ ਹੁਣੇ ਹੀ ਬਚਨ ਕੀਤਾ ਹੈ ਕਿ ਬਹੁਤ ਘੱਟ ਹਨ। ਗੁਰਮੁਖ ਪਿਆਰਿਓ, ਆਪਾਂ ਸਾਰਿਆਂ ਨੇ ਹੀ ਲੱਖਾਂ ਪਤੀ ਬਣਨਾ ਹੈ। ਇਸ ਕਰਕੇ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਪੱਠ ਕੇ ਲੈ ਕੇ ਦਰਬਾਰ ਦੇ ਵਿੱਚ ਲਿਖਵਾਉਣੇ ਹਨ। ਸਾਰਿਆਂ ਨੇ ਹੀ ਬਚਨ ਮੰਨਣਾ ਹੈ। ਗੁਰਮੁਖ ਪਿਆਰਿਓ, ਜੋ ਕਿ ਸੰਗਤਾਂ ਪਾਠ ਕਰਕੇ ਲੈ ਕੇ ਆਈਆਂ ਹਨ, ਕੁੱਲ ਸੁਖਮਨੀ ਸਾਹਿਬ ਜੀ ਦੇ ਪਾਠ 27,101 ਪਾਠ, ਜਪਜੀ ਸਾਹਿਬ ਜੀ ਦੇ ਪਾਠ 54,544 ਪਾਠ, ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ 108 ਮਣਕੇ ਦੀ ਮਾਲਾ, 70,393 ਮਾਲਾ ਤੇ ਨਾਲ ਹੀ ਵਾਹਿਗੁਰੂ ਗੁਰੂ ਮੰਤਰ 4,05,626 ਮਾਲਾ ਹੋਈਆਂ ਹਨ ਤੇ 25 ਸਹਿਜ ਪਾਠਾਂ ਦੇ ਭੋਗ ਪਾਏ ਗਏ ਹਨ। ਤੇ ਅੱਜ ਦੇ ਹੀ ਦਿਨ ਮੱਸਿਆ ਦੇ ਦਿਹਾੜੇ ਤੇ ਅਖੰਡ ਪਾਠਾਂ ਦੇ ਭੋਗ 16 ਅਖੰਡ ਪਾਠਾਂ ਦੇ ਭੋਗ ਪਾਏ ਗਏ ਹਨ। ਗੁਰਮੁਖ ਪਿਆਰਿਓ, ਤੇ ਨਾਲ ਹੀ ਜਿਨ੍ਹਾਂ ਪ੍ਰਾਣੀਆਂ ਨੇ ਬਚਨ ਮੰਨਿਆ ਹੈ, ਅੰਮ੍ਰਿਤ ਪਾਨ ਕੀਤਾ ਹੈ, ਕੁੱਲ 47 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਹੈ। ਤੇ ਨਾਲ ਹੀ ਧੰਨ ਮਾਤਾ ਜੀ ਦੇ ਸਥਾਨ ਤੇ ਸੰਗਤਾਂ ਵੱਲੋਂ ਕੀਤੇ ਗਏ ਪਾਠ, ਸੁਖਮਨੀ ਸਾਹਿਬ ਜੀ ਦੇ 433 ਪਾਠ, ਜਪਜੀ ਸਾਹਿਬ ਜੀ ਦੇ 1550 ਪਾਠ, ਪਹਿਲੀ ਪੌੜੀ ਮੂਲ ਮੰਤਰ 764 ਮਾਲਾ ਤੇ ਨਾਲ ਹੀ ਵਾਹਿਗੁਰੂ ਗੁਰੂ ਮੰਤਰ 15,785 ਮਾਲਾ ਹੋਈਆਂ ਹਨ। ਸਾਰੀ ਹੀ ਨਾਮ ਦੀ ਵਡਿਆਈ ਹੈ, ਗੁਰੂ ਸਾਹਿਬ ਦੀ ਕਿਰਪਾ ਹੈ। ਇਸੇ ਤਰ੍ਹਾਂ ਵੱਧ ਤੋਂ ਵੱਧ ਅਗਲੀ ਵਾਰ ਸੰਗਤਾਂ ਨੇ ਪਾਠ ਕਰਕੇ ਲੈ ਕੇ ਆਉਣੇ ਹਨ। ਗੁਰਮੁਖ ਪਿਆਰਿਓ, ਬਚਨ ਮੰਨ ਕੇ ਆਪਾਂ ਸਾਰਿਆਂ ਨੇ ਹੀ ਲਾਹਾ ਪ੍ਰਾਪਤ ਕਰਨਾ ਹੈ ਤੇ ਨਾਲ ਹੀ
ਜੋ ਪਰਸੋਂ ਤੋਂ ਲੁਧਿਆਣਾ ਸ਼ਹਿਰ ਗਿੱਲ ਰੋਡ ਨੇੜੇ ਦਾਣਾ ਮੰਡੀ ਗੁਰਮੁਖ ਪਿਆਰਿਓ ਉੱਥੇ 9ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਦੀਵਾਨਾਂ ਦੀ ਬਖਸ਼ਿਸ਼ ਹੋਈ ਹੈ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਦੀਵਾਨਾਂ ਦੀ ਬਖਸ਼ਿਸ਼ ਹੈ ਤੇ ਨਾਲ ਹੀ ਜੋ ਪੂਰਨਮਾਸ਼ੀ ਨੂੰ ਦੀਵਾਨ ਹਨ ਜੋ ਕਿ ਦਿੱਲੀ ਦੀਵਾਨ ਸਜਣੇ ਹਨ ਗੁਰਮੁਖ ਪਿਆਰਿਓ ਜੋ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ 19 ਤਰੀਕ ਤੋਂ ਲੈ ਕੇ 22 ਤਰੀਕ ਤੱਕ ਜਿੱਥੇ ਦੀਵਾਨਾਂ ਦਾ ਸਮਾਂ ਹੈ ਆਪਾਂ ਸਾਰਿਆਂ ਨੇ ਹੀ ਹਾਜ਼ਰੀ ਲਗਵਾ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਗੁਰਮੁਖ ਪਿਆਰਿਓ 19 ਤਰੀਕ ਨੂੰ ਜਿੱਥੇ ਪੂਰਨਮਾਸ਼ੀ ਦਾ ਦਿਹਾੜਾ ਹੈ ਜੋ ਕਿ ਇੱਕ ਦਿਨ ਪਹਿਲਾਂ ਦਿਨੇ ਢੈਪੀ ਠਾਠ ਤੇ ਰਾਤ ਨੂੰ ਖੰਨੇ ਠਾਠ ਵਿਖੇ ਮਨਾਈ ਜਾਂਦੀ ਹੈ ਤੇ ਦਿੱਲੀ ਵੀ ਬੇਅੰਤ ਸੰਗਤਾਂ ਆਉਂਦੀਆਂ ਹਨ ਲਾਹਾ ਪ੍ਰਾਪਤ ਕਰਦੀਆਂ ਹਨ। ਇਸੇ ਤਰ੍ਹਾਂ ਸਾਰਿਆਂ ਨੇ ਹਾਜ਼ਰੀ ਭਰ ਕੇ ਆਪਾਂ ਨੇ ਬਾਬਾ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ ਹੁਣ ਬਾਬਾ ਜੀ ਬਾਬਾ ਜਗਤਾਰ ਸਿੰਘ ਜੀ ਉਹਨਾਂ ਦੀ ਮਿੱਠੀ ਰਸਨਾ ਦੇ ਵਿੱਚੋਂ ਧਾਰਨਾ ਦੀ ਹਾਜ਼ਰੀ ਇਸ ਤੋਂ ਬਾਅਦ ਹਰ ਜਸ ਦਾ ਸਮਾਂ ਹੈ ਤੇ ਨਾਲ ਹੀ ਸਾਰੀ ਸਮਾਪਤੀ ਹੈ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮਦਾਸ ਸਰੋਵਰ ਨਾਤੇ ਪਵਿੱਤਰੇ ਪਾਪ ਜਮਾਤੇ ਰਾਮਦਾਸ ਸਰੋਵਰ ਨਾਤੇ ਪਵਿੱਤਰੇ ਪਾਪ ਜਮਾਤੇ ਰਾਮਦਾਸ ਸਰੋਵਰ ਨਾਤੇ ਸਭ ਤਰੇ ਪਾਪ ਕਮਾਤੇ ਰਾਮਦਾਸ ਸਰੋਵਰ ਨਾਤੇ ਸਭ ਤਰੇ ਪਾਪ ਕਮਾਤੇ ਰਾਮਦਾਸ ਸਰੋਵਰ ਨਾਤੇ ਪਵਿੱਤਰੇ ਪਾਪ ਜਮਾਤੇ ਰਾਮਦਾਸ ਸਰੋਵਰ ਨਾਤੇ ਪਵਿੱਤਰੇ ਪਾਪ ਜਮਾਤੇ ਰਾਮਦਾਸ ਸਰੋਵਰ ਨਾਤੇ ਸਭ ਤਰੇ ਪਾਪ ਕਮਾਤੇ ਰਾਮਦਾਸ ਸਰੋਵਰ ਨਾਤੇ ਸਭ ਤਰੇ ਪਾਪ ਕਮਾਤੇ। ਹੁਣ ਸਾਰੇ ਬਾਹਾਂ ਚੜਿਆ ਚੜੋ ਪਾਠ ਚੜੋ ਇੱਕ ਮਹੀਨਾ ਸਾਰੇ ਪਾਠ ਚੜਿਆ ਚੜੋ ਹਰ ਜਸ ਜਾਇਓ ਸੰਤ ਜੀ ਨਾ ਮਿਲੋ ਹਰ ਜਸ ਜਾਇਓ ਸੰਤ ਜੀ ਨਾ ਮਿਲੋ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਕੋਟ ਜਨਮ ਕੇ ਦੁੱਖ ਜਵਾਇਓ ਕੋਟ ਜਨਮ ਕੇ ਦੁੱਖ ਗਵਾਇਓ ਚਾਹਤ ਸੋਈ ਮਨ ਪਾਇਓ ਜੋ ਚਾਹਤ ਸੋਈ ਮਨ ਪਾਇਓ ਹਰ ਪਿਪਾ ਹਰ ਨਾਮ ਦਿਵਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਹਰ ਪਸ਼ੂ ਹਰ ਨਾਮ ਬੜਾਈ ਸਰਬ ਸੁਖ ਹਰ ਨਾਮ ਵਡਾਈ ਜੋੜ ਪਰ ਸਾਧਨਾ ਵਿੱਚ ਮਤ ਪਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਹਰ ਜਸ ਜਾਇਓ ਸੰਤ ਜੀ ਨਾ ਮਿਲ ਹਰ ਜਸ ਜਾਇਓ ਸੰਤ ਜੀ ਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ